ਨਨਕਾਣਾ ਸਾਹਿਬ ਦੇ ਸ਼ਹੀਦਾਂ ਸਿੰਘਾਂ ਦੇ ਪਿਆਰ 'ਚ ਤੇ ਯਾਦ ਵਿੱਚ ਜੁੜ ਬੈਠੇ ਮਾਈ ਭਾਈ, ਵਾਹਿਗੁਰੂ ਜੀ ਕਾ ਖਾਲਸਾ। ਮੈਂ ਸੋਚ ਰਿਹਾ ਸੀ ਕਿ ਇਤਿਹਾਸ ਨੂੰ ਯਾਦ ਕਰਨਾ ਕਿਉਂ ਜ਼ਰੂਰੀ ਆ, ਕਿ ਸਾਡੇ ਲਈ ਇਤਿਹਾਸ ਨੂੰ ਯਾਦ ਕਰਨ ਦਾ ਲਾਭ ਕੀ ਆ। ਇਹ ਸੋਚਦਿਆਂ ਮੈਨੂੰ ਲੱਗਿਆ ਕਿ ਇਤਿਹਾਸ ਨੂੰ ਯਾਦ ਕਰਨ ਦਾ ਲਾਭ ਵੀ ਆ ਅਤੇ ਨੁਕਸਾਨ ਵੀ ਆ। ਲਾਭ ਇਹ ਕਿ ਸਾਡਾ ਜਿਹੜਾ ਪ੍ਰੈਜੈਂਟ ਆ, ਸਾਡਾ ਵਰਤਮਾਨ ਆ, ਉਹ ਸਾਡੇ ਪਾਸਟ ਦਾ ਕ੍ਰੀਏਟ ਕੀਤਾ ਹੋਇਆ, ਪਾਸਟ ਨੇ ਸਿਰਜਿਆ ਹੋਇਆ। ਸਾਡੀ ਵਰਤਮਾਨ ਸੰਰਚਨਾ ਸਾਡੇ ਇਤਿਹਾਸ ਨੇ ਕੀਤੀ ਹੋਈ ਆ, ਚਾਹੇ ਅਸੀਂ ਉਹਨੂੰ ਜਾਣਦੇ ਹੋਈਏ ਜਾਂ ਨਾ ਜਾਣਦੇ ਹੋਈਏ। ਆਪਣੇ ਇਤਿਹਾਸ ਨੂੰ ਜਾਣਨਾ ਮੇਰਾ ਖਿਆਲ ਆਪਣੇ DNA ਨੂੰ, ਸੱਭਿਆਚਾਰਕ DNA ਨੂੰ ਜਾਣਨ ਵਾਲੀ ਗੱਲ ਆ। ਦੂਜਾ, ਮੈਨੂੰ ਲੱਗਦਾ ਇਤਿਹਾਸ ਉਹ ਸ਼ੀਸ਼ਾ ਆ ਜਿਹਦੇ ਵਿੱਚ ਅਸੀਂ ਆਪਣੇ ਵਰਤਮਾਨ ਦਾ ਮੂੰਹ ਦੇਖਣਾ ਹੁੰਦਾ। ਉਹ ਇੱਕ ਪ੍ਰਤੀਮਾਨ ਵਾਂਗੂ ਸਾਡੇ ਸਾਹਮਣੇ ਪੇਸ਼ ਹੁੰਦਾ, ਜਿਸ ਤੋਂ ਅਸੀਂ ਦੇਖ ਲੈਂਦੇ ਕਿ ਵਾਕਈ ਅਸੀਂ ਆਪਣੇ ਉਹ ਇਤਿਹਾਸ ਦੇ ਕੁਛ ਲੱਗਦੇ ਹਾਂ ਕਿ ਅਸੀਂ ਸਾਡੀਆਂ ਐਵੇਂ ਗੱਲਾਂ ਬਾਤਾਂ ਹੀ ਆ। ਨੁਕਸਾਨ ਜਾਂ ਇਹ ਹੋ ਜਾਂਦਾ ਹੁੰਦਾ ਕਈ ਵਾਰ ਕਿ ਜਿਨ੍ਹਾਂ ਦਾ ਇਤਿਹਾਸ ਬਹੁਤ ਸ਼ਾਨਦਾਰ ਹੁੰਦਾ, ਉਹ ਕਈ ਵਾਰੀ ਇਤਿਹਾਸ ਦੇ ਸਿਰ 'ਤੇ ਆਪਣੀ ਗੁਜ਼ਰ ਬਸਰ ਜੀ ਕਰ ਲੈਂਦੇ ਆ ਕਿ ਦੇਖੋ ਸਾਡਾ ਇਤਿਹਾਸ ਕਿੰਨਾ ਸ਼ਾਨਦਾਰ ਆ, ਸਾਡੇ ਸ਼ਹੀਦ ਕਿੰਨੇ ਮਹਾਨ ਆ, ਸਾਡੇ ਗੁਰੂ ਕਿੰਨੇ ਮਹਾਨ ਆ, ਇਸ ਕਰਕੇ ਅਸੀਂ ਆਟੋਮੈਟਿਕਲੀ ਮਹਾਨ ਆ, ਸਾਨੂੰ ਕੁਛ ਕਰਨ ਦੀ ਲੋੜ ਨਹੀਂ। ਅਤੇ ਉਦੋਂ ਇਸ ਨੁਕਸਾਨ ਤੋਂ ਬਚਣ ਦਾ ਤਰੀਕਾ ਤਾਂ ਇਹ ਹੁੰਦਾ ਕਿ ਯਾਦ ਰੱਖਣਾ ਚਾਹੀਦਾ ਕਿ ਜਿਹੜੇ ਪਲਾਂ ਵਿੱਚ ਅਸੀਂ ਬੈਠੇ ਹਾਂ, ਆਉਣ ਵਾਲੇ ਸਮੇਂ ਦਾ ਉਹ ਵੀ ਇਤਿਹਾਸ ਆ। ਕਿ ਅਸੀਂ ਜੇ ਬੀਤੇ ਦੀ ਗੱਲ ਕਰਦੇ ਹਾਂ, ਕੱਲ੍ਹ ਨੂੰ ਅਸੀਂ ਵੀ ਬੀਤਿਆ ਬਣਨਾ ਅਤੇ ਸਾਡਾ ਵੀ ਹਿਸਾਬ ਕਿਤਾਬ ਹੋਣਾ ਕਿ ਅਸੀਂ ਆਪਣੇ ਸਮੇਂ 'ਚ ਕਿਹੜੀ ਕੜੀ ਘੋਲੀ ਸੀ, ਅਤੇ ਉਹ ਅਸੀਂ ਕੋਈ ਬਹੁਤੀ ਚੰਗੀ ਕੜੀ ਘੋਲ ਨਹੀਂ ਰਹੇ। ਇਸ ਕਰਕੇ ਅਸੀਂ ਪਾਸਟ ਬਾਰੇ ਗੱਲਾਂ ਕਰਕੇ ਉਹਨਾਂ 'ਤੇ ਖੁਸ਼ ਹੋ ਕੇ ਆਪਣਾ ਟਾਈਮ ਵਧੀਆ ਕੱਢ ਲੈਂਦੇ, ਇਹ ਨੁਕਸਾਨ ਹੋ ਜਾਂਦਾ ਹੁੰਦਾ। ਪਰ ਮੈਨੂੰ ਚੰਗਾ ਲੱਗ ਰਿਹਾ ਕਿ ਅਸੀਂ ਜਿੰਨੇ ਕਿ ਸੱਜਣਾਂ ਨੂੰ ਮੈਂ ਸੁਣਿਆ ਕਿ ਅਸੀਂ ਉਹਦੇ ਵਿੱਚੋਂ ਆਪਣਾ ਮੂੰਹ ਦੇਖਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਮੁੱਖ ਉਜਲੇ ਨੇ ਜਾਂ ਕਾਲੇ ਨੇ, ਅਤੇ ਫਿਰ ਸ਼ਾਇਦ ਅਸੀਂ ਕੋਈ ਸੈਲਫ ਇੰਟਰੋਸਪੈਕਸ਼ਨ ਕਰ ਸਕਦੇ ਹੋਈਏ, ਆਤਮ ਵਿਵੇਚਨ ਕਰ ਸਕਦੇ ਹੋਈਏ। ਅਤੇ ਸੱਚੀ ਗੱਲ ਇਹ ਆ ਕਿ ਮੈਂ ਕੋਈ ਕਸਬੀ ਬੁਲਾਰਾ ਨਹੀਂ ਹੈਗਾ ਅਤੇ ਨਾ ਕੋਈ ਇਤਿਹਾਸ ਦੀ ਅਥਾਰਟੀ ਆ। ਮੈਂ ਸਧਾਰਨ ਸਿੱਖਾਂ ਦੇ ਘਰ 'ਚ ਜੰਮਿਆ ਹੋਇਆ ਮੁੰਡਾ ਆ, ਅਤੇ ਮੈਨੂੰ ਇਤਿਹਾਸ ਜਾਂ ਗੁਰਬਾਣੀ ਬਾਰੇ ਓਨਾ ਕੁ ਪਤਾ ਜਿੰਨਾ ਕੁ ਮੈਨੂੰ ਲੱਗਦਾ ਕਿ ਸਿੱਖਾਂ ਦੇ ਘਰ ਹੀ ਜੰਮੇ ਮੁੰਡੇ ਕੁੜੀਆਂ ਨੂੰ ਪਤਾ ਹੋਣਾ ਚਾਹੀਦਾ। ਅਤੇ ਮੈਂ ਧੰਨਵਾਦੀ ਹਾਂ ਸਿੰਘ ਸਾਹਿਬ ਦਾ, ਗਿਆਨੀ ਕੇਵਲ ਸਿੰਘ ਹੋਣਾ ਦਾ, ਅਤੇ ਆਪਣੇ ਵੀਰ ਸੁਲੋਚਨ ਵੀਰ ਜੀ ਦਾ, ਜਿਨ੍ਹਾਂ ਨੇ ਮੈਨੂੰ ਇਸ ਵਿਸ਼ੇ ਬਾਰੇ ਗੱਲ ਕਰਨ ਦੇ ਬਹਾਨੇ ਇਹਨੂੰ ਸਮਝਣ ਲਈ ਜਾਂ ਇਹਨੂੰ ਮੁੜ ਸਮਝਣ ਦਾ ਮੇਰੇ ਲਈ ਇੱਕ ਸਬੱਬ ਬਣਿਆ, ਇੱਕ ਮੌਕਾ ਬਣਿਆ। ਅਸੀਂ ਆਮ ਤੌਰ 'ਤੇ ਸ਼ਹੀਦਾਂ ਨੂੰ ਉਹਨਾਂ ਦੀ ਮੌਤ ਕਰਕੇ ਜਾਣਦੇ ਹਾਂ, ਕਿਉਂਕਿ ਅਸੀਂ ਮੌਤ ਨੂੰ ਬਹੁਤ ਗਲੋਰੀਫਾਈ ਕਰਦੇ ਹਾਂ। ਸਾਨੂੰ ਮੌਤ ਬਹੁਤ ਵੱਡੀ ਗੱਲ ਲੱਗਦੀ ਹੈ ਕਿ ਸ਼ਹੀਦ, ਕਿਉਂਕਿ ਉਹਨਾਂ ਦੀ ਕਿਸੇ ਵਿਸ਼ੇਸ਼ ਘਟਨਾ 'ਚ, ਵਿਸ਼ੇਸ਼ ਮੌਕੇ 'ਤੇ ਜਾਂ ਵਿਸ਼ੇਸ਼ ਕਾਰਨ ਲਈ ਮੌਤ ਹੋਈ ਸੀ, ਇਸ ਕਰਕੇ ਸਾਨੂੰ ਉਹ ਮਹਾਨ ਲੱਗਦੇ ਆ। ਅਸਲ ਵਿੱਚ ਸ਼ਹੀਦ ਦੀ ਮੈਨੂੰ ਲੱਗਦਾ ਮੌਤ ਨਾਲ ਉਹਨਾਂ ਦਾ ਜੀਵਨ ਮਹਾਨ ਹੁੰਦਾ, ਕਿ ਉਹ ਜੀਵਨ ਯਾਤਰਾ, ਉਹ ਪੈਂਡਾ ਜਿਹੜਾ ਤੈਅ ਕਰਕੇ ਉਹ ਸ਼ਹੀਦੀ ਤੱਕ ਪਹੁੰਚੇ ਸੀ, ਉਹ ਮਹੱਤਵਪੂਰਨ ਆ, ਨਾ ਕਿ ਉਹ ਘਟਨਾ। ਕਿਉਂਕਿ ਸ਼ਹੀਦ ਦੀ ਮੌਤ ਤਾਂ ਕਿਸੇ ਦੂਜੇ ਦੇ ਹੱਥ ਵਿੱਚ ਸੀ। ਸ਼ਹੀਦ ਤਾਂ ਉਹ ਕਿਸੇ ਜ਼ਾਲਮ ਕਰਕੇ, ਕਿਸੇ ਨਿਰਦਈ ਕਰਕੇ, ਕਿਸੇ ਅਨਿਆਂ ਕਰਨ ਵਾਲੇ ਬੰਦੇ ਕਰਕੇ ਹੋਏ, ਪਰ ਜੀਵਨ ਉਹਨਾਂ ਨੇ ਆਪ ਜੀਵਿਆ ਸੀ। ਅਸਲ ਵਿੱਚ ਉਹ ਦੇਖਣ ਵਾਲੀ ਗੱਲ ਆ। ਮੈਨੂੰ ਯਾਦ ਆਉਂਦਾ ਕਿ ਗਦਰੀ ਬਾਬੇ ਜਦੋਂ ਕਲਕੱਤੇ ਉਤਰਦੇ ਆ, ਉਤਰਨ ਤੋਂ ਪਹਿਲਾਂ ਉਸ ਤੋਂ ਫੜੇ ਜਾਂਦੇ ਆ, ਅਤੇ 20 ਬੰਦਿਆਂ ਨੂੰ ਸਜ਼ਾਏ ਮੌਤ ਹੋਈ ਸੀ ਉਹਦੇ ਵਿੱਚ, ਜਿਹਦੇ ਵਿੱਚ ਬਾਬਾ ਸੋਹਣ ਸਿੰਘ ਭਕਨਾ ਵੀ ਸ਼ਾਮਲ ਸੀ, ਗਦਰ ਪਾਰਟੀ ਦਾ ਪ੍ਰਧਾਨ। ਅਤੇ ਪਰ ਐਨ ਆਖਰੀ ਮੌਕੇ 'ਤੇ ਉਹਨਾਂ ਦੀ ਐਗਜ਼ੀਕਿਊਸ਼ਨ ਹੋਣ ਤੋਂ ਕੁਛ ਦਿਨ ਪਹਿਲਾਂ ਉਹ ਫਾਂਸੀ ਮਾਫ ਹੋ ਗਈ ਸੀ, ਕਿਉਂਕਿ ਉਹ ਹਿੰਦੁਸਤਾਨ ਦੀ ਧਰਤੀ ਤੋਂ ਨਹੀਂ ਸੀ ਫੜੇ ਗਏ, ਸ਼ਿਪ ਤੋਂ ਫੜੇ ਗਏ ਸੀ। ਇੱਕ ਟੈਕਨੀਕਲ ਗੱਲ ਕਰਕੇ ਇਹੀ ਕਾਰਨ ਹੈ ਕਿ ਅਸੀਂ ਉਹਨਾਂ 20 ਗਦਰੀਆਂ ਦੇ ਨਾਂ ਨਹੀਂ ਜਾਣਦੇ, ਕਿਉਂਕਿ ਉਹ ਮਰੇ ਨਹੀਂ, ਪਰ ਉਹ ਮਰਨ ਤੱਕ ਪਹੁੰਚੇ ਸੀ। ਉਹਨਾਂ ਵੱਲੋਂ ਤਾਂ ਕੋਈ ਕਸਰ ਨਹੀਂ ਸੀ, ਉਹ ਗਦਰ ਮਚਾਉਣ ਆਏ ਸੀ, ਪਰ ਕਿਉਂਕਿ ਉਹ ਮਰੇ ਨਹੀਂ ਗਏ, ਇਸ ਕਰਕੇ ਸਾਨੂੰ ਉਹ ਮਹਾਨ ਨਹੀਂ ਲੱਗਦੇ। ਉਹਨਾਂ ਵਿੱਚੋਂ ਅਸੀਂ ਇਕੱਲੇ ਬਾਬੇ ਭਕਨੇ ਦਾ ਹੀ ਨਾਂ ਜਾਣਦੇ, ਬਾਕੀ ਉਹਨੀਆਂ ਦਾ ਨਹੀਂ ਜਾਣਦੇ। ਇਸ ਕਰਕੇ ਮੇਰਾ ਇਹ ਧਾਰਨਾ ਬਣ ਗਈ ਆ ਕਿ ਸ਼ਹੀਦ ਨੇ ਕਿਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਕੀਤੀ ਸੀ, ਉਹ ਮਹੱਤਵਪੂਰਨ ਆ, ਕਿ ਨਾ ਕਿ ਉਹਦੀ ਮੌਤ ਕਿਹਨਾਂ ਹਾਲਤਾਂ 'ਚ ਜਾਂ ਕਿਸ ਨੇ ਕੀਤੀ, ਉਹ ਮਹੱਤਵਪੂਰਨ ਆ। 3 ਬੰਦੇ ਸ਼ਹੀਦ ਹੁੰਦੇ ਆ, ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ। ਅਸੀਂ ਜ਼ਿਆਦਾ ਭਗਤ ਸਿੰਘ ਦਾ ਨਾਂ ਜਾਣਦੇ ਹਾਂ। ਭਗਤ ਸਿੰਘ ਨੂੰ ਅਸੀਂ ਸ਼ਹੀਦ ਆਜ਼ਮ ਕਹਿੰਦੇ ਹਾਂ, ਰਾਜਗੁਰੂ ਦਾ ਉਹ ਰੁਤਬਾ ਨਹੀਂ ਹੈ। ਅਸੀਂ ਕਹਿੰਦੇ ਹਾਂ ਕਿ ਭਗਤ ਸਿੰਘ ਨਾਲ 2 ਬੰਦੇ ਹੋਰ ਸ਼ਹੀਦ ਹੋਏ ਸੀ, ਰਾਜਗੁਰੂ ਅਤੇ ਸੁਖਦੇਵ। ਇਹ ਨਹੀਂ ਕਦੇ ਵੀ ਕਹਿੰਦੇ ਕਿ ਰਾਜਗੁਰੂ ਨਾਲ 2 ਬੰਦੇ ਭਗਤ ਸਿੰਘ ਅਤੇ ਸੁਖਦੇਵ ਸ਼ਹੀਦ ਹੋਏ ਸੀ। ਇਹ ਉਹਨਾਂ ਦੀ ਜਿਹੜੀ ਜੀਵਨ ਯਾਤਰਾ ਆ, ਉਹਦੇ 'ਤੇ ਗੱਲ ਨਿਰਭਰ ਕਰਦੀ ਆ। ਕੁਝ ਸਮਾਂ ਪਹਿਲਾਂ
ਜਾਂ ਅਸੀਂ ਸਰਦਾਰ ਹਮੀਰ ਸਿੰਘ ਗੁਰੂ ਸਾਹਿਬ ਦੇ ਸਮੇਂ ਦੀ ਜਾਂ ਉਸ ਸਮੇਂ ਦੇ ਸਿੱਖਾਂ ਦੀ ਸਾਡੇ ਨਾਲ ਤੁਲਨਾ ਕਰ ਰਹੇ ਸੀ ਕਿ ਅਸੀਂ ਕਿਹੋ ਜਿਹਾ ਪ੍ਰੋਸੈਸ 'ਚੋਂ ਲੰਘ ਰਹੇ ਹਾਂ। ਮੈਨੂੰ ਲੱਗਦਾ ਕਿ ਜਦੋਂ ਅਸੀਂ ਪੁਰਾਤਨ ਸਿੱਖਾਂ ਦੀ ਵਡਿਆਈ ਕਰਦੇ ਹਾਂ ਤੇ ਉਹਦਾ ਕਾਰਨ ਇਹ ਆ ਕਿ ਉਹ ਪਹਿਲੀ ਜਨਰੇਸ਼ਨ ਦੇ ਸਿੱਖ ਸੀਗੇ। ਦੇ ਵਰ ਫਸਟ ਜਨਰੇਸ਼ਨ ਸਿੱਖਸ। ਉਹ ਸਿੱਖੀ ਦੀ ਬਲਦੀ ਛਮਾ ਤੋਂ ਪ੍ਰੇਰਿਤ ਹੋ ਕੇ, ਸਿੱਖ ਸਿਧਾਂਤਾਂ ਤੋਂ ਪ੍ਰੇਰਿਤ ਹੋ ਕੇ, ਆਕਰਸ਼ਿਤ ਹੋ ਕੇ ਇਹ ਛਮਾ 'ਤੇ ਜਲਣ ਮਰਨ ਲਈ ਤਿਆਰ ਹੋ ਕੇ ਆਏ। ਅਸੀਂ ਸਾਰੇ ਬਣੇ ਬਣਾਏ ਸਿੱਖ ਹਾਂ, ਕਿਉਂਕਿ ਅਸੀਂ ਸਿੱਖਾਂ ਦੇ ਘਰ ਜੰਮਿਆ ਤੇ ਅਸੀਂ ਸਿੱਖ ਹੈਗੇ ਹੀ ਹਾਂ, ਸਾਨੂੰ ਕੁਛ ਵੀ ਕਰਨ ਦੀ ਲੋੜ ਨਹੀਂ। ਇੱਕ ਲਤੀਫੇ ਵਰਗੀ ਗੱਲ ਵੀ ਸੁਣਾਉਂਦੇ, ਕਹਿੰਦੇ ਇੱਕ ਕੋਈ ਕਿਸਾਨ ਹਲ ਵਾਹੁੰਦਾ ਸੀ, ਪੁਰਾਣੀ ਗੱਲ ਆ, ਸਰਦਾਰ ਕਪੂਰ ਸਿੰਘ ਦੀ ਇਲੈਕਸ਼ਨ ਵੇਲੇ ਦੀ, ਕਿ ਇੱਕ ਬਿਲਕੁਲ ਘੋਣ ਮੋਹਨ ਸਿੱਖ ਉਹਨੇ ਲੰਗੋਟੀ ਲਾਈ ਹੋਈ ਤੇ ਹੱਥ 'ਚ ਹੁੱਕਾ ਫੜਿਆ ਹੋਇਆ ਤੇ ਦੂਜੇ ਪਾਸੇ ਉਹਨੇ ਹਲ ਦੀ ਜੰਗੀ ਫੜੀ ਹੋਈ ਤੇ ਉਹਨੂੰ ਕਿਸੇ ਨੇ ਪੁੱਛਿਆ ਇਲੈਕਸ਼ਨਾਂ ਦੇ ਦਿਨਾਂ 'ਚ, ਜੋ ਵੀ ਉਹਨਾਂ ਦਾ ਨਾਂ ਸੀ, ਕਿ ਤੁਸੀਂ ਵੋਟ ਕਿਹਨੂੰ ਪਾਉਣੀ ਆ? ਇਹ ਪੁੱਛਣ ਵਾਲੇ ਸੀ ਸਰਦਾਰ ਕਪੂਰ ਸਿੰਘ। ਤੇ ਉਹਨੂੰ ਕਹਿੰਦੇ ਜਾ ਭਾਜਾ ਭਾਪਿਆ ਜਾ, ਮੈਂ ਵੋਟ ਪੰਥ ਨੂੰ ਪਾਉਣੀ ਆ। ਤੇ ਅਜੇ ਉਹ ਹੁੱਕਾ ਪੀਣ ਦੇ ਬਾਵਜੂਦ, ਨੰਗ ਮਲੰਗ ਹੋਣ ਦੇ ਬਾਵਜੂਦ, ਲੰਗੋਟੀ ਲਾਉਣ ਦੇ ਬਾਵਜੂਦ ਉਹ ਪੰਥ ਸੀਗਾ, ਉਹ ਸਿੱਖ ਸੀਗਾ, ਜੱਟ ਸਿੱਖ ਸੀਗਾ। ਜੱਟਾਂ ਨੂੰ ਤਾਂ ਹੋਰ ਬਹੁਤ ਸਹੂਲਤ ਹੈ ਨਾ, ਜੱਟਾਂ ਦੇ ਘਰ ਜੰਮਣਾ ਵੈਸੇ ਹੀ ਬੰਦਾ ਸਿੱਖ ਹੀ ਹੁੰਦਾ। ਤੇ ਜੇ ਦੂਜਾ ਬੰਦਾ ਹੋ ਜਾਵੇ ਤੇ ਕਿਉਂਕਿ ਅਰੋੜਾ ਦੇ ਕੇਸ ਕਟਾ ਲੂਗੇ ਤਾਂ ਅਰੋੜਾ ਹਿੰਦੂ ਹੋ ਜਾਊਗਾ, ਜੇ ਪੱਗ ਬੰਨ੍ਹਦਾ ਤਾਂ ਅਰੋੜਾ ਸਿੱਖ ਹੋ ਜਾਊਗਾ। ਇਹ ਸਹੂਲਤ ਸਾਨੂੰ ਜੱਟਾਂ ਨੂੰ ਜ਼ਿਆਦਾ ਆ ਆਟੋਮੈਟਿਕ ਸਿੱਖ ਹੋਣ ਦੀ। ਇਹ ਮੇਰਾ ਖਿਆਲ ਕਸਰ ਸਾਰੀ ਸਾਡੇ ਆਟੋਮੈਟਿਕ ਸਿੱਖ ਹੋਣ ਕਰਕੇ ਪੈਦਾ ਹੋ ਗਈ। ਤੇ ਤੁਸੀਂ ਵਰਤਮਾਨ ਸਮੇਂ ਦੇ ਵਿੱਚ ਵੀ ਜਿਨ੍ਹਾਂ ਆਮ ਤੌਰ 'ਤੇ ਜਿਨ੍ਹਾਂ ਸਿੱਖਾਂ ਕਰਕੇ ਸਿੱਖਾਂ ਦਾ ਨਾਮ ਆ ਜਾਂ ਜਿਹੜੇ ਬਹੁਤ ਮਸ਼ਹੂਰ ਆ, ਇਹ ਉਹਨਾਂ ਕਰਕੇ ਸਿੱਖ ਜਾਣੇ ਜਾਂਦੇ ਪਏ, ਸਿੱਖ ਭਾਈਚਾਰੇ ਦੇ ਬੰਦੇ, ਉਹ ਬਹੁਤੇ ਪਤਿਤ ਸਿੱਖ ਨੇ, ਮੈਂ ਨਾਂ ਨਹੀਂ ਲੈਂਦਾ। ਪਰ ਜਿਹੜੇ ਰਹਿਣੀ ਬਹਿਣੀ ਵਾਲੇ ਸਿੱਖ ਨੇ, ਮਰਿਆਦਾ 'ਚ ਰਹਿਣ ਵਾਲੇ ਨਿਤਨੇਮੀ ਸਿੱਖ ਨੇ, ਇਸ ਸੂਚੀ ਵਿੱਚ ਆਉਂਦੇ, ਉਹ ਸਾਰੇ ਪਹਿਲੀ ਜਨਰੇਸ਼ਨ ਦੇ ਸਿੱਖ ਨੇ, ਚਾਹੇ ਉਹ ਭਗਤ ਪੂਰਨ ਸਿੰਘ ਆ, ਚਾਹੇ ਨਾਨਕ ਸਿੰਘ ਆ, ਜਾਂ ਹੋਰ ਬਹੁਤ ਸਾਰੇ ਨੇ। ਦੇ ਆਰ ਫਸਟ ਜਨਰੇਸ਼ਨ ਸਿੱਖਸ। ਅਤੇ ਨਨਕਾਣਾ ਸਾਹਿਬ ਦੇ ਸਾਕੇ ਵਾਲੇ ਸਿੱਖਾਂ ਦੀ ਜੇ ਤੁਸੀਂ ਜੀਵਨੀ ਪੜ੍ਹੋ ਤਾਂ ਉਹ ਉਹਨਾਂ ਦੀ ਸਫਲਤਾ ਦਾ ਸਾਨੂੰ ਪਤਾ ਲੱਗਦਾ ਕਿ ਅਸਲ ਵਿੱਚ ਉਹ ਇੰਨਾ ਇੰਪੈਕਟ ਕਿਵੇਂ ਹੋਇਆ ਉਹਨਾਂ ਲੋਕਾਂ ਦਾ, ਉਹ ਆਪਣੇ ਵਕਤ ਦੀ ਸਿਆਸਤ 'ਤੇ, ਆਪਣੇ ਵਕਤ ਦੇ ਰਾਜ ਭਾਗ 'ਤੇ, ਆਪਣੇ ਵਕਤ ਦੇ ਪ੍ਰਬੰਧ 'ਤੇ। ਮੇਰੇ ਇੱਕ ਸੀਨੀਅਰ ਕੁਲੀਗ ਸੀਗੇ ਮਨਜੀਤ ਸਿੰਘ ਬਾਜਵਾ, ਉਹ ਭਾਈ ਦਲੀਪ ਸਿੰਘ ਦੇ ਦੋਹਤਰੇ ਨੇ। ਨਨਕਾਣਾ ਸਾਹਿਬ ਦੇ ਸ਼ਹੀਦਾਂ 'ਚ ਦੋ ਪ੍ਰਮੁੱਖ ਨਾਮ ਅਸੀਂ ਲੈਂਦੇ ਹਾਂ ਜਾਂ ਜਾਣਦੇ ਹਾਂ, ਭਾਈ ਦਲੀਪ ਸਿੰਘ ਸਾਹੋਵਾਲਾ ਅਤੇ ਸਰਦਾਰ ਲਛਮਣ ਸਿੰਘ ਧੀਰਵੜੀ। ਅਤੇ ਉਹਨਾਂ ਨੇ ਉਦੋਂ ਗੁਰਬਖਸ਼ ਸਿੰਘ ਸ਼ਮਸ਼ੇਰ ਝਬਾਲੀਆ ਹੋਏ ਨੇ, ਜਿਨ੍ਹਾਂ ਨੇ ਨਨਕਾਣਾ ਸਾਹਿਬ ਦੇ ਖੋਜੀ ਇਤਿਹਾਸਕਾਰ ਹੋਏ। ਉਹਦੇ ਵਿੱਚੋਂ ਕੁਝ ਵੇਰਵੇ ਲੈ ਕੇ ਭਾਈ ਦਲੀਪ ਸਿੰਘ ਦੀ ਜੀਵਨੀ ਲਿਖਣੀ ਸੀ ਅਤੇ ਅਸੀਂ ਇਕੱਠੇ ਕੰਮ ਕਰਦੇ ਸੀ, ਤਾਂ ਮੈਨੂੰ ਉਹਨਾਂ ਦਾ ਸਹਾਇਕ ਹੋਣ ਦਾ ਮੌਕਾ ਮਿਲਿਆ। ਤਾਂ ਉਹ ਸਾਰੀਆਂ ਘਟਨਾਵਾਂ 'ਚੋਂ ਲੰਘ ਕੇ ਜਦ ਤੁਸੀਂ ਅਖੀਰ 'ਤੇ ਪਹੁੰਚਦੇ ਆ ਨਾ, ਤਾਂ ਤੁਸੀਂ ਡਿਸਟਰਬ ਹੋਏ ਬਿਨਾਂ ਨਹੀਂ ਰਹਿ ਸਕਦੇ। ਅਤੇ ਮੈਂ ਚਾਹੁੰਦਾ ਕਿ ਤੁਹਾਨੂੰ ਵੀ ਉਸ ਡਿਸਟਰਬੈਂਸ ਵਿੱਚ ਥੋੜ੍ਹਾ ਮੈਂ ਸ਼ਾਮਲ ਕਰਾਂ ਕਿ ਭਾਈ ਦਲੀਪ ਸਿੰਘ ਜਦੋਂ ਪੜ੍ਹ ਜਾਂਦੇ ਆ ਅਤੇ ਉਹ ਨਾਇਬ ਤਹਿਸੀਲਦਾਰ ਦੀ ਨੌਕਰੀ ਲਈ ਅਪਲਾਈ ਕਰਦੇ ਆ, ਆਪਣੇ ਪਿਓ ਤੋਂ ਚੋਰੀ ਕਰਦੇ ਆ, ਕਿਉਂਕਿ ਪਿਓ ਕਹਿੰਦਾ ਕਿ ਪੜ੍ਹਾਈ ਨੌਕਰ ਬਣਨ ਲਈ ਨਹੀਂ ਕਰੀਦੀ ਹੁੰਦੀ, ਸਿਆਣੇ ਅਤੇ ਚੰਗੇ ਬਣਨ ਲਈ ਕਰੀਦੀ ਹੁੰਦੀ ਆ। ਅਤੇ ਆਪਣੀ ਵਾਹੀ ਖੇਤੀ ਕਰਨ ਲੱਗ ਜਾਂਦੇ ਆ। ਦੇਖਦੇ ਆ ਕਿ ਪਿੰਡ 'ਚ ਕੁਛ ਘਰ ਪੱਕੇ ਹੋ ਗਏ, ਪਰ ਗੁਰੂ ਸਾਹਿਬ ਦਾ ਘਰ ਹੈ ਜੇ ਕੱਚਾ ਕਮਰਾ ਹੀ ਆ। ਅਤੇ ਪਿੰਡ ਵਾਲਿਆਂ ਨੂੰ ਕਹਿੰਦੇ ਕਿ ਆਪਾਂ ਪੱਕਾ ਗੁਰਦੁਆਰਾ ਬਣਾਈਏ। ਹੁਣ ਤਾਂ ਆਪਾਂ ਗੁਰਦੁਆਰੇ ਬਣਾਉਣ ਨੂੰ ਸਾਨੂੰ ਬੁਰਾਈ ਲੱਗਣ ਲੱਗ ਗਈ ਨਾ, ਕਿਉਂਕਿ ਆਬਾਦੀ ਬਹੁਤ ਹੋ ਗਈ ਗੁਰਦੁਆਰਿਆਂ ਦੀ, ਅਤੇ ਉਦੋਂ ਨਹੀਂ ਸੀ। ਅਤੇ ਪਿੰਡ 'ਚ ਪੱਕਾ ਗੁਰਦੁਆਰਾ ਬਣਾਉਣ ਲਈ ਉਹ ਕਹਿੰਦੇ ਵੀ ਆਪਾਂ ਪਿੰਡ 'ਚੋਂ ਪੈਸੇ ਇਕੱਠੇ ਕਰੀਏ। ਇੱਕ 8813 ਗੱਡੀ ਸਾਈਡ 'ਤੇ ਕਰੋ, ਕਿਸੇ ਨੇ ਜਾਣਾ ਹੈ। 8813 ਗੱਡੀ। ਅਤੇ ਪਿੰਡ 'ਚੋਂ ਜਦੋਂ ਉਹਦੀ ਅਗਰਾਈ ਇਕੱਠੀ ਕਰਨੀ ਹੁੰਦੀ ਆ ਤਾਂ ਭਾਈ ਦਲੀਪ ਸਿੰਘ ਆਪਣੇ ਕੋਲੋਂ 500 ਰੁਪਈਆ ਪਾਉਂਦੇ ਆ। ਉਸ ਟਾਈਮ ਦਾ 500 ਰੁਪਈਆ ਅੱਜ ਦਾ ਘੱਟੋ ਘੱਟ 5 ਲੱਖ ਰੁਪਈਆ ਇੱਕ ਪਰਿਵਾਰ ਵੱਲੋਂ ਉਹ ਦਿੰਦੇ ਆ। ਮੈਂ ਉਹਨਾਂ ਦੀਆਂ ਜੀਵਨ ਦੀਆਂ ਕੁਝ ਘਟਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਦਾ, ਮੈਂ ਨੋਟ ਕੀਤੀਆਂ ਕਿਉਂਕਿ ਇੰਨੀਆਂ ਜ਼ਿਆਦਾ ਨੇ ਤੁਹਾਨੂੰ ਯਾਦ ਨਹੀਂ ਰਹਿ ਸਕਦੀਆਂ। ਅਤੇ ਫਿਰ ਉਹ ਕਹਿੰਦੇ ਕਿ ਪਿੰਡ ਵਿੱਚ ਕੁੜੀਆਂ ਦਾ ਸਕੂਲ ਹੋਣਾ ਚਾਹੀਦਾ, ਅਤੇ ਉਹ ਕੰਨਿਆ ਪਾਠਸ਼ਾਲਾ ਬਣਾਉਂਦੇ ਆ। ਅਤੇ ਪਿੰਡ 'ਚ ਥਾਂ ਨਹੀਂ ਹੈਗੀ, ਆਪਣਾ ਅੱਧਾ ਘਰ ਉਸ ਕੰਮ ਲਈ ਦੇ ਦਿੰਦੇ ਆ। ਅਤੇ ਉਹਨੂੰ ਸ਼ੁਰੂ ਕਰਨ ਲਈ ਫਿਰ ਅਗਰਾਈ ਸ਼ੁਰੂ ਕਰਦੇ ਅਤੇ ਉਹਦੇ ਲਈ ਆਪਣੇ ਕੋਲੋਂ ਉਹ 100 ਰੁਪਈਆ ਪਾਉਂਦੇ ਆ। ਅਤੇ ਫਿਰ ਇੱਕ ਅਧਿਆਪਕ ਮਿਲ ਜਾਂਦਾ ਅਤੇ ਉਹਨੂੰ ਕਹਿੰਦੇ ਤੂੰ ਪਿੰਡ ਦੇ ਬਜ਼ੁਰਗਾਂ ਨੂੰ ਵੀ ਪੜ੍ਹਾਇਆ ਕਰ। ਅਤੇ ਪਿੰਡ ਦੇ ਬਜ਼ੁਰਗਾਂ ਦੀਆਂ ਈਵਨਿੰਗ ਕਲਾਸਿਸ ਸ਼ੁਰੂ ਹੋ ਜਾਂਦੀਆਂ ਉਹਨਾਂ ਦੇ ਘਰ 'ਚ। ਅਤੇ ਫਿਰ ਇੱਕ ਕੋਈ ਗੰਗਾਗਿਰੀ ਸੰਨਿਆਸੀ ਆ ਜਾਂਦਾ ਉਹਨਾਂ ਦੇ ਪਿੰਡ, ਉਹ ਹਿਕਮਤ ਜਾਣਦਾ, ਅਤੇ ਉਹ ਪਿੰਡ ਦੇ ਕੁਝ ਬੰਦੇ ਬਿਮਾਰ ਨੇ, ਉਹਨਾਂ ਨੂੰ ਮਿਲਾਉਂਦਾ, ਉਹ ਦਵਾਈ ਬੂਟੀ ਕਰਦਾ, ਉਹ ਠੀਕ ਹੋ ਜਾਂਦਾ। ਅਤੇ ਉਹਨਾਂ ਨੂੰ ਬੇਨਤੀ ਕਰਦਾ ਤੁਸੀਂ ਪੱਕੇ ਹੀ ਸਾਡੇ ਪਿੰਡ ਰਹਿ ਜਾਓ। ਅਤੇ ਗੰਗਾਗਿਰੀ ਪਹਿਲਾਂ ਕਿਸੇ ਅੰਗਰੇਜ਼ੀ ਦਵਾਈਆਂ ਵਾਲੇ ਡਾਕਟਰ ਦਾ ਕੰਪਾਊਂਡਰ ਰਿਹਾ ਹੋਇਆ, ਅਤੇ ਉਹਨੂੰ ਅੰਗਰੇਜ਼ੀ ਦਾ ਵੀ ਅਤੇ ਦੇਸੀ ਦਵਾਈਆਂ ਦੀ ਜਾਣਕਾਰੀ ਹੈ, ਅਤੇ ਪੱਕਾ
ਪਿੰਡ 'ਚ ਰੱਖ ਲਿਆ ਜਾਂਦਾ ਅਤੇ ਉਹਨੂੰ ਦਵਾਖਾਨਾ ਖੋਲ੍ਹ ਕੇ ਦਿੱਤਾ ਜਾਂਦਾ ਨਵਾਂ ਉਸਾਰ ਕੇ, ਅਤੇ ਉਹਦੇ ਲਈ ਪੱਕਾ ਪਹਿਲਾਂ ਤੋਂ ਆਪਣੇ ਕੋਲੋਂ ਪੈਸੇ ਦਿੰਦੇ ਆ ਅਤੇ ਇਲਾਜ ਸਾਰਾ ਮੁਫਤ ਇਲਾਜ ਆ, ਅਤੇ ਉਹਦਾ ਜਿਹੜਾ ਖਰਚਾ ਸਾਰਾ ਭਾਈ ਦਲੀਪ ਸਿੰਘ ਕਰਦਾ। ਅਤੇ ਫਿਰ ਉਹਦੀ ਆਮਦਨ ਦਾ ਪੱਕਾ ਪ੍ਰਬੰਧ ਕੀਤਾ ਜਾਂਦਾ ਕਿ ਪਿੰਡ ਦੇ ਵਿੱਚ ਜਿਹੜੀਆਂ ਚੀਜ਼ਾਂ ਦੀ ਨਿਲਾਮੀ ਹੁੰਦੀ ਆ ਉਹਦੇ ਵਿੱਚੋਂ ਉਸ ਦਵਾਖਾਨੇ ਲਈ ਇੱਕ ਆਮਦਨ ਸਥਾਪਿਤ ਕਰ ਦਿੱਤੀ ਜਾਂਦੀ ਹੈ। ਅਤੇ ਪਿੰਡ ਦੇ ਵਿੱਚ ਇਨਫਲੂਐਂਜ਼ਾ ਫੈਲ ਜਾਂਦਾ, ਬਿਮਾਰੀ ਫੈਲ ਜਾਂਦੀ, ਫਲੂ ਫੈਲ ਜਾਂਦਾ, ਅਤੇ ਭਾਈ ਦਲੀਪ ਸਿੰਘ ਇੱਕ ਨਵੀਂ ਮੱਝ ਖਰੀਦਦੇ ਆ ਅਤੇ ਇੱਕ ਬਾਲਟੀ ਦੁੱਧ ਦੀ ਭਰ ਕੇ ਅਤੇ ਨਾਲ ਡਾਕਟਰ ਨੂੰ ਲੈ ਕੇ ਘਰੋਂ ਘਰੀ ਜਾਂਦੇ ਆ ਜਿੱਥੇ ਜਿੱਥੇ ਕੋਈ ਰੋਗੀ ਆ, ਅਤੇ ਡਾਕਟਰ ਦਵਾਈ ਦਿੰਦਾ ਅਤੇ ਉਹ ਦੁੱਧ ਦਾ ਗਲਾਸ ਉਹਨੂੰ ਦੇ ਕੇ ਜਾਂਦੇ ਆ। ਇਹ ਮੰਨ ਲਓ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਆ। ਅਤੇ ਫਿਰ ਕਹਿੰਦੇ ਆ ਵੀ ਲਾਗੇ ਉਹਨਾਂ ਦੇ ਸਾਂਗਲਾ ਟਾਊਨ ਆ, ਛੋਟਾ ਕਸਬਾ ਆ, ਤਾਂ ਉਹਨਾਂ ਨੂੰ ਲੱਗਦਾ ਕਿ ਸਾਰਾ ਜਿਹੜਾ ਬਿਜ਼ਨਸ ਆ ਉਹਨਾਂ 'ਚ ਸਿੱਖਾਂ ਦੀ ਕੋਈ ਪਾਰਟੀਸਪੇਸ਼ਨ ਨਹੀਂ ਹੈ, ਅਤੇ ਉਹਨੂੰ ਲੱਗਦਾ ਕਿ ਇੱਕ ਸਿੱਖਾਂ ਦਾ ਇੱਕ ਟਰੇਡ ਸੈਂਟਰ ਬਣਨਾ ਚਾਹੀਦਾ। ਅਤੇ ਉਹ ਆਪਣੇ ਪਿਓ ਦੇ ਨਾਂ 'ਤੇ ਕਰਮ ਸਿੰਘ ਐਂਡ ਕੰਪਨੀ ਨਾਂ ਦਾ ਇੱਕ ਟਰੇਡ ਸੈਂਟਰ ਖੋਲ੍ਹਦੇ ਆ, ਜਿਹਦੇ ਵਿੱਚ ਇੱਕ ਆੜ੍ਹਤੀ ਦੀ ਦੁਕਾਨ ਵੀ ਸ਼ਾਮਿਲ ਆ ਅਤੇ ਮੰਡੀ 'ਚ ਆਉਣ ਵਾਲੇ ਲੋਕਾਂ ਲਈ ਜਿਹੜੀਆਂ ਜ਼ਰੂਰੀ ਚੀਜ਼ਾਂ ਵਸਤਾਂ ਨੇ ਉਹਦੀ ਦੁਕਾਨ ਵੀ ਆ, ਅਤੇ ਉਹਦੇ ਨਾਲ ਉਹ ਬੰਬਈ ਤੱਕ, ਕਰਾਚੀ ਤੱਕ ਬਿਜ਼ਨਸ ਸੈੱਟ ਕਰ ਲੈਂਦੇ ਆ। ਅਤੇ ਉੱਥੇ ਸਾਂਗਲੇ ਦੇ ਵਿੱਚ ਹਾਈ ਸਕੂਲ ਨਹੀਂ ਹੁੰਦਾ, ਉਦੋਂ ਮਿਡਲ ਸਕੂਲ ਹੁੰਦਾ, ਉਹਦੇ ਉਹ ਇੰਚਾਰਜ ਬਣ ਜਾਂਦੇ ਆ, ਅਤੇ ਉਹਨੂੰ ਲੱਗਦਾ ਕਿ ਹਾਈ ਸਕੂਲ ਹੋਣਾ ਚਾਹੀਦਾ। ਅਤੇ ਹਾਈ ਸਕੂਲ ਹੋਣ ਲਈ ਜਿਹੜੀਆਂ ਸ਼ਰਤਾਂ ਪੂਰੀਆਂ ਕਰਨੀਆਂ, 2 ਸਾਲ ਉਹ ਆਪਣੇ ਖਰਚੇ 'ਤੇ 2 ਕਲਾਸਾਂ ਦੇ ਅਧਿਆਪਕਾਂ ਨੂੰ ਤਨਖਾਹ ਦਿੰਦੇ ਆ, 2 ਸਾਲ ਬਾਅਦ ਉਹ ਸਕੂਲ ਨੂੰ ਸਰਕਾਰੀ ਮਾਨਤਾ ਜਾਂ ਗ੍ਰਾਂਟ ਮਿਲਣ ਲੱਗ ਜਾਂਦੀ ਆ। ਇੱਕ ਉੱਥੇ ਲਾਗੇ ਪੁਰਾਣੀ ਆਬਾਦੀ ਜਿਹੜੀ ਸ਼ਹਿਰ ਵੱਲ ਸ਼ਿਫਟ ਹੋ ਜਾਂਦੀ ਆ, ਉੱਥੇ ਗੁਰਦੁਆਰਾ ਅਬੰਡਨ ਹੋ ਜਾਂਦਾ, ਉੱਥੇ ਗੁਰਦੁਆਰੇ ਦੀ ਇਮਾਰਤ ਜਿਹੜੀ ਆ ਖਾਲੀ ਹੋ ਜਾਂਦੀ, ਅਤੇ ਉੱਥੇ ਆਪਣੇ ਹੱਥੀਂ ਉਹ ਹੋਸਟਲ ਉਸਾਰਦੇ ਆ, ਸਾਰੀ ਟੋਕਰੀ ਢੋ ਕੇ ਉਹਦੀ ਹੋਸਟਲ ਦੀ ਉਸਾਰੀ ਕਰਦੇ ਆ ਉਸ ਨਵੇਂ ਹੋਸਟਲ ਦੀ। ਅਤੇ ਇੱਦਾਂ ਹੀ ਇੱਕ ਵਾਰੀ ਸਾਂਗਲੇ ਉਸੇ ਟਾਊਨ ਦੇ ਵਿੱਚ ਹਿੰਦੂਆਂ ਦਾ ਤਾਂ ਸਿੱਖਾਂ ਦਾ ਕੋਈ ਮਸਲਾ ਹੋ ਜਾਂਦਾ, ਅਤੇ ਦੋਨੋਂ ਧਿਰਾਂ ਉਹਨਾਂ ਦਾ ਬਹੁਤ ਸਤਿਕਾਰ ਕਰਦੀਆਂ, ਉਹਨਾਂ ਨੂੰ ਸਾਲਸ ਮੰਨ ਲੈਂਦੇ ਵੀ ਭਾਈ ਦਲੀਪ ਸਿੰਘ ਜਿਹੜਾ ਫੈਸਲਾ ਕਰੂਗਾ ਉਹ ਅਸੀਂ ਮੰਨ ਲਾਂਗੇ। ਅਤੇ ਭਾਈ ਦਲੀਪ ਸਿੰਘ ਨੂੰ ਲੱਗਦਾ ਕਿ ਸਾਡੇ ਸਿੰਘਾਂ ਦੀ ਗਲਤੀ ਆ, ਅਤੇ ਉਹਨੂੰ ਕਹਿੰਦੇ ਭਾਈ ਤੁਹਾਡੀ ਗਲਤੀ ਆ, ਅਤੇ ਆਪਾਂ ਨੂੰ ਸਿੰਘਾਂ ਨੂੰ ਆਪਣੀ ਗਲਤੀ ਮੰਨਣ ਦੀ ਆਦਤ ਘੱਟ ਹੁੰਦੀ ਆ, ਅਤੇ ਉਹ ਮੰਨਦੇ ਨਹੀਂ, ਉਹਨਾਂ ਤੋਂ ਬਾਗੀ ਹੋ ਜਾਂਦੇ ਆ ਵੀ ਅਸੀਂ ਤੁਹਾਡਾ ਫੈਸਲਾ ਨਹੀਂ ਮੰਨਦੇ। ਉਹ ਕਹਿੰਦੇ ਭਾਈ ਜੇ ਤੁਸੀਂ ਨਹੀਂ ਮੰਨਦੇ ਉਹਨਾਂ ਚਿਰ ਮੈਂ ਮੰਜਰ 'ਤੇ ਨਹੀਂ ਸੌਂਦਾ, ਅਤੇ ਉਹ ਭੁੰਜੇ ਸੌਣ ਲੱਗ ਜਾਂਦੇ ਆ, ਅਤੇ ਉਹਨਾਂ ਨੂੰ ਭੁੰਜੇ ਸੌਣਾ ਇੰਨਾ ਚੰਗਾ ਲੱਗਦਾ ਕਿ ਆਪਣੀ ਸ਼ਹੀਦੀ ਤੱਕ ਉਹ ਭੁੰਜੇ ਹੀ ਸੌਂਦੇ ਰਹਿੰਦੇ ਆ। ਅਤੇ ਉਹਨਾਂ ਦੇ ਇਸ ਸਿਰੜ ਨੂੰ ਦੇਖ ਕੇ ਆਪਣੇ ਬੰਦੇ ਵੀ ਜਿਹੜੇ ਗਲਤੀ ਮੰਨਣ ਦੇ ਆਦੀ ਨਹੀਂ ਹੁੰਦੇ, ਉਹਨਾਂ ਨੂੰ ਵੀ ਮੰਨਣੀ ਪੈ ਜਾਂਦੀ ਹੈ। ਅਤੇ ਇਸੇ ਤਰ੍ਹਾਂ ਪਿੰਡ 'ਤੇ ਉਹਨਾਂ ਦੇ ਆਪਣੇ ਪਿੰਡ ਦੇ ਵਿੱਚ ਇੱਕ ਕੋਈ ਜ਼ਬਰਦਸਤੀ ਪਿੰਡ ਦੇ ਕੋਈ ਪ੍ਰਭਾਵਸ਼ਾਲੀ ਬੰਦੇ ਉਠਾ ਕੇ ਲੈ ਜਾਂਦੇ, ਅਤੇ ਉਦੋਂ ਉਹ ਪਹਿਲਾਂ ਉਹਨਾਂ ਨੂੰ ਪੰਚਾਇਤੀ ਤੌਰ 'ਤੇ ਮਨਾਉਣ ਦੀ ਕੋਸ਼ਿਸ਼ ਕਰਦੇ ਆ, ਪਰ ਕੋਈ ਨਤੀਜਾ ਨਹੀਂ ਨਿਕਲਦਾ, ਅਤੇ ਉਹ ਬੰਦਾ ਖੂਹ 'ਚ ਛਾਲ ਮਾਰ ਦਿੰਦਾ ਜਿਹਨਾਂ ਦੀ ਉਹ ਔਰਤ ਹੁੰਦੀ ਆ। ਉਹ ਪਿੰਡ ਵਾਲੇ ਉਹਨੂੰ ਮਰਨੋਂ ਤਾਂ ਬਚਾ ਲੈਂਦੇ ਆ, ਪਰ ਉਹ ਜਿਹੜੀ ਬੁਨਿਆਦੀ ਬੇਇਨਸਾਫੀ ਹੁੰਦੀ ਆ ਉਹ ਦੂਰ ਨਹੀਂ ਕਰਾਉਂਦੇ। ਜਦੋਂ ਭਾਈ ਦਲੀਪ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਦਾ, ਕਿਉਂਕਿ ਸਾਂਗਲੇ ਤੋਂ ਆਉਂਦੇ ਜਾਂਦੇ ਸੀ, ਅਤੇ ਉਹ ਇੰਨੇ ਪਰੇਸ਼ਾਨ ਹੁੰਦੇ ਆ, ਅਤੇ ਉਹ ਉਹਨਾਂ ਨੂੰ ਪਹਿਲਾਂ ਤਾਂ ਮਿਲ ਕੇ ਸਮਝਾਉਂਦੇ ਆ, ਅਤੇ ਉਹਨਾਂ ਦਾ ਪ੍ਰਭਾਵ ਦੇਖ ਕੇ ਉਹ ਮੰਨ ਵੀ ਜਾਂਦੇ ਆ, ਪਰ ਉਹ ਫੈਸਲਾ ਇੰਪਲੀਮੈਂਟ ਨਹੀਂ ਹੁੰਦਾ, ਤਾਂ ਉਹ ਮਰਨ ਵਰਤ ਰੱਖ ਲੈਂਦੇ ਆਪਣੇ ਪਿੰਡ ਵਿੱਚ, ਮਰਨ ਵਰਤ ਰੱਖ ਲੈਂਦੇ, ਜਿਹਦੇ ਨਾਲ ਬਾਕੀ ਭਾਈਚਾਰਾ ਫਿਰ ਦਬਾਅ ਬਣਾਉਣ ਦੇ ਪ੍ਰਕਿਰਿਆ 'ਚ ਪੈਂਦਾ। ਅਤੇ ਉਸ ਮਰਨ ਵਰਤ ਦਾ ਇਹ ਹੁੰਦਾ ਕਿ ਉਹ ਘੱਟੋ ਘੱਟ ਉਹ ਬਦਮਾਸ਼ ਬੰਦੇ ਆਈਸੋਲੇਟ ਜ਼ਰੂਰ ਹੋ ਜਾਂਦੇ ਆ ਪਿੰਡ ਤੋਂ, ਅਤੇ ਪਰ ਉਹ ਫਿੱਟ ਲਾਉਣ ਤੋਂ ਪਾਉਣ ਤੋਂ ਬਾਅਦ ਫਿਰ ਉਹ ਮੰਨ ਵੀ ਜਾਂਦੇ ਆ ਕਿ ਅਸੀਂ ਚਲੋ ਜੀ ਜੋ ਆਪਣੀ ਗਲਤੀ ਆ ਉਹਨੂੰ ਅਸੀਂ ਕਰੈਕਟ ਕਰ ਲੈਂਦੇ ਹਾਂ। ਅਤੇ ਉਹਨੂੰ ਕਹਿੰਦੇ ਪਰ ਤੁਸੀਂ ਕੁਝ ਖਾ ਪੀ ਲਓ। ਉਹ ਕਹਿੰਦੇ ਤੁਸੀਂ ਜਿੰਨਾ ਚਿਰ ਉਹਨਾਂ ਦੀ ਬਹੂ ਉਹਨਾਂ ਦੇ ਘਰ ਨਹੀਂ ਜਾਂਦੀ ਉਹਨਾਂ ਚਿਰ ਤਾਂ ਨਹੀਂ ਮੈਂ ਖਾਂਦਾ। ਉਹ ਫਿਰ ਉਹ ਮੁੱਕਰ ਜਾਂਦੇ ਆਪਣੇ ਉਸ ਫੈਸਲੇ ਤੋਂ, ਅਤੇ ਉਹ ਆਪਣਾ ਮਰਨ ਵਰਤ ਜਾਰੀ ਰੱਖਦੇ, ਬਿਲਕੁਲ ਮਰਨ ਕਿਨਾਰੇ ਹੀ ਪਹੁੰਚ ਜਾਂਦੇ ਆ। ਅਤੇ ਉਸ ਦੁਰਦਸ਼ਾ ਨੂੰ ਦੇਖ ਕੇ ਫਿਰ ਦਬਾਅ ਬਣਦਾ, ਤਾਂ ਉਸ ਔਰਤ ਨੂੰ ਉਹਦੇ ਘਰ ਵਾਪਸ ਕੀਤਾ ਜਾਂਦਾ, ਪਰ ਉਹ ਫਿਰ ਵੀ ਨਹੀਂ, ਉਹ ਕਹਿੰਦੇ ਪਹਿਲਾਂ ਉਸ ਘਰ ਵਾਲੇ ਬੰਦੇ ਤੋਂ ਪੂਰੇ ਉਹਨੂੰ ਮੱਥਾ ਟੇਕ ਕੇ ਉਹ ਤੋਂ ਖਿਮਾ ਮੰਗੀ ਜਾਵੇ, ਫਿਰ ਮੈਂ ਇਹ ਆਪਣਾ ਮਰਨ ਵਰਤ ਤੋੜੂੰਗਾ। ਤੁਸੀਂ ਦੇਖੋ ਕਿ ਇੱਦਾਂ ਦੇ ਮਰਨ ਵਰਤ ਵਾਲੇ ਸੱਤਿਆਗ੍ਰਹਿ ਕਿਹੜੇ ਲੋਕ ਸ਼ੁਰੂ ਕਰਦੇ ਆ, ਕਿੱਥੋਂ ਸ਼ੁਰੂ ਕਰਦੇ ਆ, ਅਤੇ ਉਹਨੂੰ ਸਿਰੇ ਤੱਕ ਕਿੱਦਾਂ ਚੜ੍ਹਾਉਂਦੇ ਆ। ਅਤੇ ਹੋਰ ਬਹੁਤ ਸਾਰੀਆਂ ਗੱਲਾਂ ਨੇ ਉਹਨਾਂ ਦੇ ਜੀਵਨ ਦੀਆਂ। ਜਦੋਂ ਅੰਗਰੇਜ਼ੀ ਸਿਸਟਮ ਦਾ ਪ੍ਰਬੰਧ ਦਾ ਬਾਈਕਾਟ ਦੀ ਗੱਲ ਹੁੰਦੀ ਆ ਕਿ ਅਸੀਂ ਇਹਨਾਂ ਦੀਆਂ ਕਚਹਿਰੀਆਂ ਨੂੰ, ਇਹਨਾਂ ਦੇ ਡਾਕਤਾਰ ਨੂੰ ਜਾਂ ਹੋਰ ਚੀਜ਼ਾਂ ਨੂੰ ਨਹੀਂ ਮੰਨਣਾ ਜਾਂ ਨਹੀਂ ਵਰਤਣਾ, ਤਾਂ ਉਹਨਾਂ ਦਾ ਪਿੰਡ ਦੇ ਕਿਸੇ ਬੰਦੇ ਨਾਲ ਮੁਕੱਦਮਾ ਚੱਲਦਾ ਹੁੰਦਾ, ਉਹਨਾਂ ਦੇ 800 ਰੁਪਏ ਦੇਣੇ ਹੁੰਦੇ ਆ, ਅਤੇ ਮੁਕੱਦਮਾ ਕਚਹਿਰੀ 'ਚ ਹੁੰਦਾ। ਇੱਕ ਮਿੰਟ। ਅਤੇ ਭਾਈ ਸਾਹਿਬ ਉਹਦੇ ਘਰ ਜਾਂਦੇ ਆ ਉਸ ਬੰਦੇ ਦੇ, ਭਾਈ ਤਾਂ ਕਹਿੰਦੇ ਮੇਰਾ 800 ਰੁਪਈਆ ਦੇਣਾ, ਅਤੇ ਆਪਣਾ ਚੱਲਦਾ ਮੁਕੱਦਮਾ, ਅਤੇ ਹੁਣ ਫੈਸਲਾ ਹੋ ਗਿਆ ਕਿ ਆਪਾਂ ਕਚਹਿਰੀ 'ਚ ਮੈਂ ਤਾਂ ਜਾਣਾ ਨਹੀਂ, ਤੂੰ ਦੇਣੇ ਹੋਏ ਦੇ ਦੇ, ਨਹੀਂ ਦੇਣੇ ਤਾਂ ਨਾ ਦੇ। ਮੰਨ ਲਓ 8 ਲੱਖ ਰੁਪਈਆ ਅੱਜ ਕੱਲ੍ਹ ਦਾ। ਇਸੇ ਤਰ੍ਹਾਂ ਇੱਕ ਵਾਰੀ ਉਹ
ਕਿਸੇ ਭਲੇ ਮਾਨਸ ਨੂੰ ਉਹਨੂੰ ਦੇਖਣ ਨੂੰ ਲੱਗਦਾ ਕਿ ਬੰਦਾ ਭਲਾ ਮਾਨਸ ਆ, ਤੇ ਉਹਦੇ ਹੱਥ ਕੜੀ ਲੱਗੀ ਹੁੰਦੀ ਆ ਰੇਲਵੇ ਸਟੇਸ਼ਨ ਤੇ ਹੁੰਦਾ, ਤੇ ਉਹਨੂੰ ਪੁੱਛਦੇ ਵੀ ਤੂੰ ਕੀ ਅਪਰਾਧ ਕੀਤਾ, ਤੂੰ ਅਪਰਾਧੀ ਲੱਗਦਾ ਤਾਂ ਹੈ ਨਹੀਂ। ਉਹ ਕਹਿੰਦਾ ਜੀ ਉਹ ਜਿਹੜੇ ਸੇਠ ਜੀ ਬੈਠੇ ਮੈਂ ਉਹਦਾ ਨਾ 400 ਰੁਪਈਆ ਦੇਣਾ, ਤੇ ਕੋਈ ਕੁੜੀ ਦੇ ਵਿਆਹ ਲਈ ਲਏ ਸੀ, ਤੇ ਉਹਨੂੰ ਜਾ ਕੇ ਕਹਿੰਦੇ ਵੀ ਤੂੰ ਛੱਡ ਦੇ ਯਾਰ ਉਹ ਬੰਦੇ ਨੂੰ, ਹੈ ਨਾ ਗਰੀਬ ਆਦਮੀ ਆ, ਤੇ ਉਹ ਹੁਣ ਸ਼ਾਹੂਕਾਰ ਬੰਦਾ ਹੁੰਦਾ ਉਹ ਕਾਹਨੂੰ ਛੱਡਦਾ। ਉਹ ਕਹਿੰਦਾ ਤੂੰ ਬੜਾ ਔਖਾ, ਤੂੰ ਦੇ ਦੇ। ਤੇ ਕਹਿੰਦਾ ਫਿਰ ਜੇ ਮੈਂ ਦੇ ਦਾਂ ਤਾਂ ਛੱਡ ਦੇਂਗਾ। ਉਹ ਕਹਿੰਦਾ ਹਾਂ ਜੀ ਹੁਣੇ ਛੱਡਵਾ ਦਓ। ਤੇ ਉਹਨਾਂ ਕੋਲ 400 ਰੁਪਈਆ ਸੀਗਾ ਭਾਈ ਦਲੀਪ ਸਿੰਘ ਕੋਲ, ਉਹਨਾਂ ਨੇ ਉਹਨੂੰ 400 ਰੁਪਈਆ ਦਿੱਤਾ, ਤੇ ਉਹ ਬੰਦਾ ਜਦੋਂ ਛੁੱਟਿਆ ਤੇ ਉਹਨਾਂ ਦਾ ਧੰਨਵਾਦ ਕਰਨ ਲੱਗਾ ਤਾਂ ਭੱਜ ਕੇ ਗੱਡੀ ਚੜ੍ਹ ਗਿਆ। ਮਤਲਬ ਉਹਨੂੰ ਆਪਣੀ ਸ਼ਕਲ ਨਹੀਂ ਦਿਖਾਈ ਕਿ ਮੈਂ ਤੇਰੇ ਲਈ ਪੈਸੇ ਦਿੱਤੇ। ਤੇ ਗੱਡੀ 'ਚ ਬਾਕੀ ਸਵਾਰੀਆਂ ਜਿਹਨਾਂ ਨੂੰ ਪਤਾ ਸੀ ਕਿ ਨਹੀਂ ਛੁਡਵਾਇਆ, ਤੇ ਉਹਨਾਂ ਨੇ ਉਹਨਾਂ ਦੀ ਤਾਰੀਫ ਕਰਨੀ ਚਾਹੀ, ਤੇ ਉਹਨਾਂ ਨੇ ਮੂੰਹ 'ਤੇ ਹੱਥ ਰੱਖ ਲਿਆ, ਕਹਿੰਦੇ ਉਹ ਗੁਰੂ ਦਾ ਦਿੱਤਾ ਸੀ, ਗੁਰੂ ਦੇ ਕੰਮ ਆਸ਼ੇ ਮੁਤਾਬਕ ਕੰਮ ਲੱਗ ਗਿਆ, ਮੈਂ ਤਾਂ ਐਵੇਂ ਸਾਧਨ ਆ, ਕਹਿੰਦਾ ਮੈਨੂੰ ਕਿਉਂ ਸ਼ਰਮਿੰਦਾ ਕਰਦੀ। ਇਹ ਸਾਡਾ ਸ਼ੀਸ਼ਾ ਆ ਇਤਿਹਾਸ ਦਾ, ਇਹ 'ਚ ਅਸੀਂ ਆਪੋ ਆਪਣੇ ਮੂੰਹ ਦੇਖ ਸਕਦੇ। ਕੌਂਸਲ ਦੀ ਚੋਣ ਆ ਜਾਂਦੀ ਉਹਨਾਂ 'ਚ 1916-17 ਵਿੱਚ ਕਾਂਗਰਸ ਨੇ ਤਾਂ ਸਿੱਖ ਲੀਗ ਨੇ ਫੈਸਲਾ ਕੀਤਾ ਕਿ ਇਸ ਇਲੈਕਸ਼ਨ ਦਾ ਅਸੀਂ ਬਾਈਕਾਟ ਕਰਾਂਗੇ, ਤੇ ਭਾਈ ਇੱਕ ਸਿੱਖ ਉੱਥੇ ਫਿਰ ਵੀ ਇਲੈਕਸ਼ਨ ਲਈ ਖੜ੍ਹ ਜਾਂਦਾ। ਭਾਈ ਦਲੀਪ ਸਿੰਘ ਉਹਨੂੰ ਆਪਣੇ ਸਮਝਾਉਂਦੇ ਆ ਕਿ ਆਪਣਾ ਫੈਸਲਾ ਆ ਕਿ ਆਪਾਂ ਇਲੈਕਸ਼ਨ ਦਾ ਬਾਈਕਾਟ ਕਰਨਾ, ਤੂੰ ਵਿਡਰੋ ਕਰ ਲਾ। ਉਹ ਨਹੀਂ ਮੰਨਦਾ ਨਹੀਂ, ਤੇ ਭਾਈ ਦਲੀਪ ਸਿੰਘ ਆਪਣੀ ਘੋੜੀ ਤੇ ਪਿੰਡੋਂ ਪਿੰਡ ਜਾ ਕੇ ਬੂਥੋਂ ਬੂਥ ਜਾ ਕੇ ਉਸ ਬੰਦੇ ਨੂੰ ਇੱਕ ਵੀ ਵੋਟ ਨਹੀਂ ਪੈਣ ਦਿੰਦੇ, ਇੱਕ ਵੀ ਵੋਟ ਨਹੀਂ ਪੈਣ ਦਿੰਦੇ ਕਿ ਆਪਣੇ ਬਾਈਕਾਟ ਨੂੰ ਇੰਨਾ ਇਫੈਕਟਿਵਲੀ ਨਿਭਾਉਂਦੇ ਆ। ਅਕਾਲੀ ਅਖਬਾਰ ਸ਼ੁਰੂ ਹੋ ਜਾਂਦਾ, ਸ਼ੁਰੂ ਹੋਣ ਸਾਰੀ ਕ੍ਰਾਈਸਿਸ 'ਚ ਆ ਜਾਂਦਾ ਕਿਉਂਕਿ ਉਹਨੂੰ ਪੈਸੇ ਚਾਹੀਦੇ ਆ, ਤੇ ਜਿੰਨੇ ਉਹਦੀ ਮੈਨੇਜਮੈਂਟ ਦੇ ਬੰਦੇ ਭਾਈ ਦਲੀਪ ਸਿੰਘ ਵੀ ਉਹਦੇ ਮੈਂਬਰ ਨੇ, ਤੇ ਕਹਿੰਦੇ ਯਾਰ ਆਪਾਂ ਉਗਰਾਹੀ ਨਾਲ ਨਹੀਂ ਕੰਮ ਚੱਲਣਾ, ਤੁਸੀਂ ਆਪਾਂ ਪੈਸੇ ਪਾਓ, ਪਹਿਲਾਂ ਘਰੋਂ ਪੈਸੇ ਇਕੱਠੇ ਕਰੋ, ਫਿਰ ਆਪਾਂ ਉਗਰਾਹੀ ਲਈ ਤੁਰਾਂਗੇ। ਤੇ ਸਾਰੇ ਬੰਦੇ ਆਪਣੇ ਉਗਰਾਹੀ ਲਿਖਾ ਦਿੰਦੇ, ਕੋਈ 100 ਕੋਈ 200। ਉਹ ਕਹਿੰਦੇ ਪੰਥ ਦਾ ਕੰਮ ਆ ਕਿ ਮਰੂ ਕਰਦੇ ਆ, ਮੇਰਾ 1000 ਰੁਪਈਆ ਲਿਖੋ ਤੇ ਬਾਕੀ 20000 ਲਿਖਾਓ। 1000 ਰੁਪਈਆ ਦਾ ਮੰਨ ਲਓ ਉਦੋਂ 10 ਲੱਖ ਰੁਪਈਆ। ਤੇ ਇਸੇ ਤਰ੍ਹਾਂ ਉਹ ਮੈਨੇਜਰ ਹੁੰਦੇ ਆ ਸਾਂਗਲੇ ਵਾਲੇ ਉਸੇ ਸਕੂਲ ਦੇ, ਜਿਹੜਾ ਹਾਈ ਸਕੂਲ ਬਣ ਜਾਂਦਾ। ਤੇ ਉੱਥੋਂ ਉਹ ਇੱਕ ਵਾਰੀ ਭਾਈ ਲਛਮਣ ਸਿੰਘ ਜਿਹੜੇ ਉਹਨਾਂ ਦੇ ਸਾਥੀ ਸ਼ਹੀਦ ਆ, ਉਹਨਾਂ ਦੇ ਪਿੰਡ ਇੱਕ ਕਾਨਫਰੰਸ ਹੁੰਦੀ ਆ, ਪੋਲੀਟੀਕਲ ਕਾਨਫਰੰਸ ਹੁੰਦੀ ਆ, ਤੇ ਭਾਈ ਦਲੀਪ ਸਿੰਘ ਨੂੰ ਵੀ ਉੱਥੇ ਬੁਲਾਇਆ ਜਾਂਦਾ। ਤੇ ਉਹ ਕਹਿ ਕੇ ਜਾਂਦੇ ਆ ਸਕੂਲ ਵਾਲਿਆਂ ਨੂੰ ਵੀ ਕੋਈ ਟੀਚਰ ਕੋਈ ਸਟੂਡੈਂਟ ਨਾ ਉਸ ਕਾਨਫਰੰਸ 'ਚ ਆਇਓ, ਕਾਂਗਰਸ ਦੀ ਕਾਨਫਰੰਸ ਆ, ਤੇ ਆਪਣੇ ਸਕੂਲ ਦੀ ਗ੍ਰਾਂਟ ਬੰਦ ਹੋ ਜਾਊਗੀ। ਆਪ ਚਲੇ ਜਾਂਦੇ, ਪਰ ਉੱਥੇ ਆਪ ਪੂਰੀ ਤਰ੍ਹਾਂ ਟਰਾਂਸਫਾਰਮ ਹੋ ਜਾਂਦੇ ਆ। ਉਦੋਂ ਬਾਅਦ ਬਿਲਕੁਲ ਉਹ ਕੋਟ ਪੈਂਟ ਪਾਉਣਾ ਛੱਡ ਕੇ ਖੱਦਰ ਪਾਉਣ ਲੱਗ ਜਾਂਦੇ ਆ, ਤੇ ਬਿਲਕੁਲ ਸਵਦੇਸ਼ੀ ਹੋ ਜਾਂਦੇ ਆ, ਬਿਲਕੁਲ ਬਾਈਕਾਟੀਏ ਬਣ ਜਾਂਦੇ ਆ। ਤੇ ਵਾਪਸ ਆਉਂਦੇ ਆ ਤਾਂ ਸਕੂਲ ਦਾ ਜਿਹੜਾ ਹੈਡ ਮਾਸਟਰ ਕਿਸੇ ਕਾਗਜ਼ 'ਤੇ ਸਾਈਨ ਕਰਾਉਣ ਆਉਂਦਾ ਵੀ ਆਪਾਂ ਨੂੰ ਇੱਕ ਪਤਾ ਨਹੀਂ 50 ਰੁਪਏ ਦਾ ਸਰਕਾਰੀ ਚੈੱਕ ਆਇਆ, ਉਹ ਜਮ੍ਹਾਂ ਕਰਾਉਣ, ਕਹਿੰਦਾ ਮੈਂ ਤਾਂ ਨਹੀਂ ਸਾਈਨ ਕਰਦਾ। ਮਤਲਬ ਇੰਨੇ ਜਜ਼ਬੇ ਵਾਲੇ ਬੰਦੇ। ਉਹ ਕਹਿੰਦੇ ਜੀ ਨਵਾਂ ਮੈਨੇਜਰ ਆਊ ਤਾਂ ਦੇਖੀ ਜਾਊ, ਇੱਕ ਵਾਰੀ ਕੰਮ ਤਾਂ ਚਲਾਓ। ਕਹਿੰਦਾ ਨਾ, ਮੁੜ ਕੇ ਉਸ ਆਪਣੇ ਹੱਥੀਂ ਬਣਾਏ ਸਾਰੇ ਸਕੂਲ ਨੂੰ, ਜਿਹਨੂੰ ਕਿਉਂਕਿ ਸਰਕਾਰੀ ਗ੍ਰਾਂਟ ਆਉਂਦੀ, ਉਹ ਸਕੂਲ 'ਚ ਮੁੜ ਕੇ ਜਾਂਦੇ ਨਹੀਂ। ਉਹ ਤੋਂ ਬਾਅਦ ਬਾਬੇ ਦੀ ਬੇਰ ਦਾ ਕਬਜ਼ੇ ਦੀ ਗੱਲ ਹੈ ਗੁਰਦੁਆਰੇ ਦੀ। ਉੱਥੇ ਵੱਖ-ਵੱਖ ਥਾਵਾਂ ਤੋਂ ਲੋਕ ਆਉਂਦੇ, ਤੇ ਭਾਈ ਦਲੀਪ ਸਿੰਘ ਆਪਣੇ ਨਾਲ 5 ਸਿੰਘਾਂ ਨੂੰ ਲੈ ਕੇ ਜਾਂਦੇ, ਤੇ ਉਹਦਾ ਆਉਣ ਜਾਣ ਦਾ ਖਰਚਾ ਆਪਣੇ ਕੋਲੋਂ ਕਰਦੇ ਆ। ਜਿਵੇਂ ਗੱਲ ਹੋਈ ਸੀ ਨੀਵੀਆਂ ਨੀਵੀਆਂ ਜਾਤੀਆਂ ਦੇ ਕੜਾਹ ਪ੍ਰਸ਼ਾਦ ਦੀ, ਉਹਦੇ ਵਿੱਚ 2 ਨਾਂ ਲਏ ਗਏ ਸੀ। ਉਹਨਾਂ 'ਚ ਜਿਹੜੇ ਪ੍ਰਮੁੱਖ ਬੰਦੇ ਸੀ, ਉਹਨਾਂ ਨੂੰ ਲੀਡ ਕਰਨ ਵਾਲੇ ਉਹਨਾਂ ਵਿੱਚ ਭਾਈ ਦਲੀਪ ਸਿੰਘ ਸੀ। ਤੇ ਉਹਦੀ ਘਟਨਾਕ੍ਰਮ ਵੀ ਇਸੇ ਤਰ੍ਹਾਂ ਕਿ ਮਨਾਉਣਾ ਚਾਹਿਆ ਸੀ, ਉੱਥੋਂ ਦੇ ਪੁਜਾਰੀਆਂ ਨੂੰ ਨਹੀਂ ਮੰਨੇ ਸੀ। ਫੈਸਲਾ ਹੋਇਆ ਕਿ ਮਹਾਰਾਜ ਦਾ ਹੁਕਮ ਲੈ ਲਿਆ ਜਾਵੇ, ਤੇ ਹੁਕਮ ਇਹੀ ਆਇਆ ਸੀ ਕਿ ਸਾਰੇ ਬਰਾਬਰ ਨੇ, ਸਾਰੇ ਚੰਗੇ ਨੇ, ਕੋਈ ਮਾੜਾ ਨਹੀਂ ਹੈ। ਤੇ ਜਿਹਦੇ ਮੁਤਾਬਕ ਉੱਥੇ ਉਹਨਾਂ ਦਾ ਕੜਾਹ ਪ੍ਰਸ਼ਾਦ ਪ੍ਰਵਾਨ ਹੋਇਆ, ਤੇ ਉਦੋਂ ਬਾਅਦ ਪੱਕੇ ਤੌਰ 'ਤੇ ਪ੍ਰਵਾਨ ਹੋਇਆ। ਇਸ ਘਟਨਾ ਨੂੰ ਦੇਖਦੇ ਆ ਤੇ ਅਕਾਲ ਤਖਤ ਵਾਲੇ ਪੁਜਾਰੀ ਆ ਉਹ ਡਰ ਜਾਂਦੇ ਆ, ਭਾਈ ਨਾ ਹਜੂਮ ਆਇਆ ਹੁਣ ਪਤਾ ਨਹੀਂ ਕੀ ਢਾਉਣ ਆ ਗਿਆ, ਤੇ ਹੁਣ ਸਾਨੂੰ ਵੀ ਢਾਉਣਗੇ। ਉਹ ਛੱਡ ਕੇ ਭੱਜ ਜਾਂਦੇ ਆ। ਅਕਾਲ ਤਖਤ ਦੇ ਪੁਜਾਰੀ ਉਸ ਦਿਨ ਅਕਾਲ ਤਖਤ ਨੂੰ ਛੱਡ ਕੇ ਚਲੇ ਗਏ ਸੀ, ਤੇ ਉਹਨਾਂ ਨੂੰ ਫੜ ਕੇ ਮਨਾਉਣ ਦੀ ਬਥੇਰੀ ਕੋਸ਼ਿਸ਼ ਕੀਤੀ, ਪਰ ਉਹ ਬਹੁਤ ਭੈਭੀਤ ਹੋ ਗਿਆ। ਭਾਈ ਇੰਨੇ ਲੋਕ ਇਕੱਠੇ ਹੋ ਕੇ ਆ ਗਏ, ਉਹ ਵੀ ਨੀਵੀਆਂ ਜਾਤੀਆਂ ਦਾ ਨਾਂ ਲੈ ਕੇ ਕਿ ਫਲਾਣੇ ਲੋਕ ਆ ਗਏ। ਤੇ ਭਾਈ ਦਲੀਪ ਸਿੰਘ 5 ਸਿੰਘਾਂ ਦਾ ਇੱਕ ਜੱਥਾ ਤਿਆਰ ਕਰਦੇ ਆ, ਜਿਨ੍ਹਾਂ ਦੀ ਇਹ ਸੇਵਾ ਲਈ ਜਾਂਦੀ ਕਿ ਤੁਸੀਂ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਕਰਨੀ ਆ। ਇੱਦਾਂ ਹੀ ਗੋਜਰੇ ਵਿੱਚ ਗੁਰਦੁਆਰਾ ਸਾਹਿਬ ਦਾ ਰੌਲਾ ਪੈਂਦਾ, ਜਿੱਥੋਂ ਸਿੰਘ ਗੁਰਦੁਆਰਾ ਸੁਧਾਰ ਮੂਵਮੈਂਟ ਸ਼ੁਰੂ ਹੁੰਦੀ ਆ। ਤੇ ਗੋਜਰੇ ਦੇ ਵਿੱਚ ਗੁਰਦੁਆਰਾ ਸਾਂਝਾ ਗੁਰਦੁਆਰਾ ਸਹਿਜਧਾਰੀ ਸਿੱਖਾਂ ਦਾ ਤੇ ਹਿੰਦੂਆਂ ਦਾ ਕਹਿ ਲਓ। ਉੱਥੇ ਕੁੰਭ ਵੀ ਹੁੰਦਾ, ਉੱਥੇ ਆਰਤੀ ਵੀ ਹੁੰਦੀ ਆ, ਤੇ ਉੱਥੇ ਇੱਕ ਪਿੱਪਲ ਵੀ ਆ ਜੇ, ਤੇ ਬੀਬੀਆਂ ਰੌਲਾ ਮੁਕਾਉਣ ਲਈ ਜਾਂਦੇ ਆ ਇਲਾਕੇ ਦੇ ਸਿਆਣੇ ਬੰਦੇ ਦੇ ਤੌਰ 'ਤੇ। ਤੇ ਪਰ ਉਹ ਗੱਲ ਸਿਰੇ ਨਹੀਂ ਲੱਗਦੀ। ਫਿਰ ਕੋਈ ਸਿਆਣੇ ਬੰਦੇ ਕਹਿੰਦੇ ਵੀ ਚਲੋ ਆਪਾਂ ਪੈਸੇ ਇਕੱਠੇ ਕਰਕੇ ਹੁਣ ਤੁਸੀਂ ਦੇਖੋ ਕਿ ਨਿਮਰਤਾ ਵੀ ਕਿੰਨੀ ਤੇ ਦ੍ਰਿੜਤਾ ਵੀ ਕਿੰਨੀ। ਕਹਿੰਦੇ
ਕੋਈ ਸਿਆਣੇ ਬੰਦੇ ਕਹਿੰਦੇ ਆਪਾਂ ਪੈਸੇ ਇਕੱਠੇ ਕਰਕੇ ਹਿੰਦੂਆਂ ਨੂੰ ਵੱਖਰਾ ਮੰਦਿਰ ਬਣਾਉਣ ਦੇ ਪੈਸੇ ਦਿੰਦੇ ਹਾਂ, ਮੰਦਿਰ ਬਣਵਾ ਦਿੰਦੇ ਹਾਂ। ਉਹ ਭਾਈ ਦਲੀਪ ਸਿੰਘ ਕਹਿੰਦੇ ਇਹ ਕੰਮ ਤਾਂ ਆਪਾਂ ਹਰ ਗੁਰਦੁਆਰੇ 'ਚ ਹਟਾਉਣਾ, ਅਤੇ ਆਪਾਂ ਤਾਂ ਫਿਰ ਮੰਦਿਰ ਬਣਾ ਦੇਣ ਜੋਗੇ ਹੀ ਰਹਿ ਗਿਆ, ਇਹ ਕੰਮ ਨਹੀਂ ਕਰਨਾ, ਇਹ ਪਿਰਤ ਨਹੀਂ ਪਾਉਣੀ। ਮਤਲਬ ਤੁਸੀਂ ਫਰਕ ਦੇਖੋ ਕਿ ਜਿਨ੍ਹਾਂ ਲਈ ਲੜਦੇ ਆ, ਜਿਨ੍ਹਾਂ ਲਈ ਉਹ ਭੁੰਜੇ ਸੌਂਦੇ ਆ ਜਾਂ ਮਰਨ ਵਰਤ ਰੱਖਦੇ ਆ, ਅਤੇ ਜਿਹੜੀ ਗੱਲ ਨਹੀਂ ਠੀਕ ਲੱਗਦੀ ਉਹ 'ਚ ਮਾਮੂਲੀ ਫਰਕ ਆ ਗੱਲ 'ਚ, ਉੱਥੇ ਉਹ ਮਤਲਬ ਸ਼ਹੀਦੀ ਦੇਣ ਲਈ ਤਿਆਰ ਆ, ਪਰ ਉਹਦੇ ਲਈ ਮੰਨਣ ਲਈ ਤਿਆਰ ਨਹੀਂ। ਗੋਜਰੇ ਤੋਂ ਬਾਅਦ ਇਹੀ ਕੰਮ ਸਾਂਗਲੇ ਦੇ ਗੁਰਦੁਆਰੇ 'ਚ ਹੁੰਦਾ। 13 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦਾ ਗਠਨ ਹੁੰਦਾ, ਜਦੋਂ ਸਾਰਾ ਪੰਥ ਉੱਥੇ ਇਕੱਠਾ ਹੁੰਦਾ ਤਾਂ 134-35 ਮੈਂਬਰਾਂ ਦੇ ਤੌਰ 'ਤੇ ਨਾਮਜ਼ਦ ਕੀਤੇ ਜਾਂਦੇ। ਉਹਦੇ 'ਚ ਭਾਈ ਦਲੀਪ ਸਿੰਘ ਵੀ ਇੱਕ ਨੇ। ਉਦੋਂ ਅਗਲੇ ਦਿਨ ਗੁਰਦੁਆਰਾ ਸੁਧਾਰ ਦਲ ਆਯੋਜਿਤ ਹੁੰਦਾ, ਜਿਹਦਾ ਨਾਮ ਬਾਅਦ 'ਚ ਸ਼੍ਰੋਮਣੀ ਅਕਾਲੀ ਦਲ ਬਣਦਾ। ਉਹਦੇ ਵੀ ਉਹ ਜਥੇਦਾਰ ਬਣਦੇ, ਸ਼ੇਖੂਪੁਰੇ ਜ਼ਿਲ੍ਹੇ ਦੇ ਜ਼ਿਲ੍ਹਾ ਜਥੇਦਾਰ ਉਹ ਬਣਦੇ ਆ। ਹੁਣ ਅਸੀਂ ਨਨਕਾਣਾ ਸਾਹਿਬ ਦੇ ਸਾਕੇ ਬਾਰੇ ਜਾਂ ਉੱਥੇ ਮਹੰਤਾਂ ਬਾਰੇ ਤਾਂ ਆਪਾਂ ਜਾਣਦੇ ਸੁਣਦੇ ਹੀ ਹਾਂ। ਸਾਡੀ ਸਮੱਸਿਆ ਇੱਕ ਹੋਰ ਇਹ ਵੀ ਆ, ਜਿਹਦੇ ਨਾਲ ਸਾਡੀ ਲਾਗ ਲਾਟ ਹੁੰਦੀ ਆ ਉਹਦਾ ਸਾਨੂੰ ਸਾਰਾ ਕੁਝ ਪਤਾ ਹੁੰਦਾ। ਜਿਹੜਾ ਸਾਡਾ ਆਪਣਾ ਆ, ਜਿਹਦੇ 'ਤੇ ਅਸੀਂ ਮਾਣ ਕਰਦੇ ਹਾਂ, ਉਹਦਾ ਸਾਨੂੰ ਬਹੁਤ ਘੱਟ ਪਤਾ ਹੁੰਦਾ। ਮਹੰਤਾਂ ਬਾਰੇ ਤੁਹਾਨੂੰ ਸਾਰਾ ਪਤਾ ਹੋਊਗਾ ਕਿ ਉਹ ਬੜੇ ਇਆਸ਼ ਸੀ, ਉੱਥੇ ਸ਼ਰਾਬਾਂ ਪੀਂਦੇ ਸੀ। 6 ਬੀਬੀਆਂ ਨੇ ਇੱਕ ਵਾਰੀ ਕਿਤੇ ਜਾਣਾ ਸੀ ਅਤੇ ਉਹਨਾਂ ਦੀ ਗੱਡੀ ਨਿਕਲ ਗਈ ਨਨਕਾਣਾ ਸਾਹਿਬ ਦੇ ਸਟੇਸ਼ਨ ਤੋਂ, ਤਾਂ ਉਹ ਗੁਰਦੁਆਰੇ ਆ ਗਈਆਂ ਅਤੇ ਉਹਨਾਂ 6 ਦਾ ਹੀ ਉੱਥੇ ਮਹੰਤ ਦੇ ਬੰਦਿਆਂ ਵੱਲੋਂ ਰੇਪ ਹੋਇਆ ਸੀ। ਕੋਈ ਸਿੰਧੀ ਸ਼ਾਹੂਕਾਰ ਸੀ, ਉਹ ਉੱਥੇ ਦਰਸ਼ਨਾਂ ਲਈ ਆਇਆ ਸੀ, ਉੱਥੇ ਰਾਤ ਰਿਹਾ ਸੀ, ਤਾਂ ਉਹਦੀ ਨਾਬਾਲਗ ਅਨਮੈਰਿਡ ਬੇਟੀ ਨਾਲ ਉਹ ਉੱਥੇ ਰੇਪ ਹੋਇਆ ਸੀ। 2 ਵਾਰ ਉੱਥੇ ਕੰਜਰੀਆਂ ਨਚਾਈਆਂ ਗਈਆਂ ਸੀ, 2 ਵਾਰ ਨਨਕਾਣਾ ਸਾਹਿਬ ਗੁਰਦੁਆਰੇ 'ਚ ਮਹੰਤ ਦੇ ਬੰਦਿਆਂ ਨੇ ਮੁਜਰਾ ਕੀਤਾ ਸੀ। ਇਹ ਗੱਲਾਂ ਤਕਰੀਬਨ ਤੁਹਾਨੂੰ ਸਾਰਿਆਂ ਨੂੰ ਪਤਾ ਆ। ਸ਼੍ਰੋਮਣੀ ਕਮੇਟੀ ਨੇ ਇਹਨਾਂ ਕਰਮਾਂ ਕਰਕੇ 4-5-6 ਮਾਰਚ ਨੂੰ 3 ਦਿਨਾਂ ਦੀਵਾਨ ਕਰਨ ਦਾ ਫੈਸਲਾ ਕੀਤਾ ਸੀ ਕਿ ਨਨਕਾਣਾ ਸਾਹਿਬ ਦੇ ਵਿੱਚ ਸਿੱਖਾਂ ਦਾ ਇਕੱਠ ਹੋਊਗਾ, ਉੱਥੇ ਮਹੰਤ ਨੂੰ ਫਟਕਾਰ ਪਾਈ ਜਾਊਗੀ, ਉਹਨੂੰ ਇਹ ਕੰਮ ਬੰਦ ਕਰਨ ਲਈ ਸਮਝਾਇਆ ਜਾਊਗਾ। ਉਦੋਂ ਪਹਿਲਾਂ ਤਰਨਤਾਰਨ ਦੇ ਵਿੱਚ ਇਸੇ ਤਰ੍ਹਾਂ ਮਹੰਤ ਨਾਲ, ਜਦੋਂ ਤਰਨਤਾਰਨ ਵਾਲੇ ਮਹੰਤ ਨਾਲ ਸਾਡਾ ਰੌਲਾ ਸੀ, ਤਾਂ ਉੱਥੇ ਸਮਝੌਤੇ ਲਈ ਸਿੱਖ ਇਕੱਠੇ ਕਰਕੇ ਉਹਨੇ ਮੀਟਿੰਗ ਲਈ ਅੰਦਰ ਬੁਲਾ ਕੇ ਹਮਲਾ ਕਰਾਤਾ ਸੀ, ਜਿਹਦੇ ਵਿੱਚ ਬਹੁਤ ਸਾਰੇ ਸਿੰਘ ਜ਼ਖਮੀ ਹੋਏ ਸੀ ਅਤੇ 5-6 ਸਿੰਘ ਸ਼ਹੀਦ ਹੋ ਗਏ ਸੀ। ਅਤੇ ਨਨਕਾਣਾ ਸਾਹਿਬ ਵਾਲੇ ਨਾਰਾਇਣ ਦਾਸ ਦਾ ਵੀ ਇਹੀ ਇੱਕ ਸਟ੍ਰੈਟਜੀ ਸੀ ਕਿ 5-6 ਨੂੰ ਜਦੋਂ ਇਹ ਆਉਂਦੇ ਆ ਅਤੇ ਇਹਨਾਂ ਦੇ ਆਗੂਆਂ ਨੂੰ ਮੀਟਿੰਗ ਲਈ ਅੰਦਰ ਬੁਲਾ ਕੇ ਸਾਰਿਆਂ ਨੂੰ ਕਤਲ ਕਰਾ ਦੂੰਗਾ ਮੈਂ, ਅਤੇ ਇਸ ਤਰ੍ਹਾਂ ਜਿਹੜੀ ਸਿੱਖ ਲੀਡਰਸ਼ਿਪ ਆ, ਸਿੱਖਾਂ ਨੂੰ ਲੀਡਰਸ਼ਿਪ ਲੈਸ ਕਰ ਦੂੰਗਾ, ਇਹਨਾਂ ਦੇ ਲੀਡਰਸ਼ਿਪ ਖਤਮ ਕਰ ਦਿਆਂਗੇ। ਅਤੇ ਪਰ ਦੂਜੇ ਪਾਸੇ ਇਹਨਾਂ ਨੇ ਮਹੰਤਾਂ ਦੀ ਵੀ ਇੱਕ ਕਾਨਫਰੰਸ ਸੀ 19-20 ਫਰਵਰੀ ਦੀ, ਉਦੋਂ ਪਹਿਲਾਂ ਜਿਹੜੀ ਉਹਨੇ ਲਾਹੌਰ 'ਚ ਰੱਖੀ ਸੀ, ਸਨਾਤਨ ਸਿੱਖ ਕਾਨਫਰੰਸ। ਇਸ ਗੱਲ ਦਾ ਲਛਮਣ ਸਿੰਘ ਨੂੰ ਅਤੇ ਕਰਤਾਰ ਸਿੰਘ ਝੱਬਰ ਨੂੰ ਪਤਾ ਲੱਗ ਜਾਂਦਾ ਕਿ ਉਦੋਂ ਮਹੰਤ ਉੱਥੇ ਨਹੀਂ ਹੋਣਾ, ਅਤੇ ਅਸੀਂ 3-4-5 ਦੀ ਮਾਰਚ ਨੂੰ ਜਾਣ ਦੀ ਬਜਾਏ ਅਸੀਂ 19-20 ਨੂੰ ਨਨਕਾਣਾ ਸਾਹਿਬ ਗੁਰਦੁਆਰੇ ਦਾ ਕਬਜ਼ੇ ਤੋਂ ਉਹਦੇ ਤੋਂ ਛੁਡਾ ਲਈਏ। ਪਰ ਇਸ ਗੱਲ ਦਾ ਜਦੋਂ ਮਾਸਟਰ ਤਾਰਾ ਸਿੰਘ ਨੂੰ ਜਾਂ ਹੋਰ ਪੰਥਕ ਆਗੂਆਂ ਨੂੰ ਪਤਾ ਲੱਗਦਾ ਤਾਂ ਭਾਈ ਦਲੀਪ ਸਿੰਘ ਦੀ ਡਿਊਟੀ ਲਾਉਂਦੇ ਆ ਰਸਤੇ 'ਚ, ਜਦੋਂ ਕਿਉਂਕਿ ਉਹ ਅੰਮ੍ਰਿਤਸਰ ਜਾ ਰਹੇ ਸੀ ਕਿ ਮੈਂ ਆਪਣੇ ਇਲਾਕੇ ਵਿੱਚ ਖੱਡੀਆਂ ਦਾ ਖੱਦਰ ਬਣਾਈ ਦਾ ਵੱਡੇ ਤੌਰ 'ਤੇ ਪ੍ਰਬੰਧ ਕਰਨਾ, ਅਤੇ 2000 ਰੁਪਏ ਆਪਣੀ ਜੇਬ 'ਚ ਪਾ ਕੇ ਲੈ ਕੇ ਜਾ ਰਹੇ ਸੀ। ਪਰ ਰਸਤੇ 'ਚ ਹੀ ਮਾਸਟਰ ਤਾਰਾ ਸਿੰਘ ਮਿਲ ਜਾਂਦੇ ਉਹਨਾਂ ਨੂੰ ਟ੍ਰੇਨ ਵਿੱਚ, ਅਤੇ ਉਹਨਾਂ ਨੂੰ ਉੱਥੋਂ ਚੂੜਕਾਣੇ ਭੇਜ ਦਿੰਦੇ ਆ ਕਿ ਤੁਸੀਂ ਕਰਤਾਰ ਸਿੰਘ ਝੱਬਰ ਨੂੰ ਅਤੇ ਲਛਮਣ ਸਿੰਘ ਨੂੰ ਉਹਨਾਂ ਦੇ ਪਹਿਲਾਂ ਜਾਣ ਦਾ, ਪਹਿਲਾਂ ਕਬਜ਼ਾ ਕਰਨ ਦੇ ਫੈਸਲੇ ਤੋਂ ਹਟਾਇਆ ਜਾਵੇ। ਅਤੇ ਉਹ ਆਪਣੇ ਸਾਥੀਆਂ ਨਾਲ 5 ਚਿੱਠੀਆਂ ਤਿਆਰ ਕਰਦੇ ਆ, 5 ਸਿੱਖਾਂ ਦੇ ਦਸਤਖਤ ਕਰਾ ਕੇ, ਅਤੇ ਫਿਰ ਕਰਤਾਰ ਸਿੰਘ ਝੱਬਰ ਨੂੰ ਮਨਾ ਲੈਂਦੇ ਆ ਕਿ ਉਹ ਨਹੀਂ ਜਾਏਗਾ, ਅਤੇ ਬਾਕੀ ਥਾਂ ਉਹ ਚਿੱਠੀਆਂ ਭੇਜਦੇ ਆ। ਅਤੇ ਉਹਨੂੰ ਲੱਗਦਾ ਹੁੰਦਾ ਕਿ ਜਿਹੜੇ ਰਸਤੇ ਤੋਂ ਜੱਥੇ ਆਉਣੇ ਆ, ਮੈਂ ਉੱਥੇ ਬੰਦੇ ਖੜਾ ਕੇ ਅਸੀਂ ਉਹਨਾਂ ਨੂੰ ਰੋਕ ਲਵਾਂਗੇ। ਦੂਜੇ ਪਾਸੇ ਮਹੰਤ ਨੂੰ ਵੀ ਪਤਾ ਲੱਗ ਜਾਂਦਾ ਕਿ ਇਹ ਬੰਦੇ ਤਾਂ 19-20 ਨੂੰ ਪੈ ਰਹੇ ਆ ਰਹੇ ਆ, ਤੂੰ ਆਪਣਾ ਮਣਾ ਮੂੰਹੀ ਉੱਥੇ ਲੱਕੜ ਸਟਾ ਕੇ 14 ਪੀਪੇ ਤੇਲ ਦੇ ਦੱਸੇ ਜਾਂਦੇ ਆ ਕਿ ਅੰਦਰ ਜਮ੍ਹਾਂ ਕਰਕੇ ਬਰੂਦ ਸਿੱਕਾ ਜਮ੍ਹਾਂ ਕਰ ਲੈਂਦਾ ਕਿ ਜਿਹੜੇ ਬੰਦੇ ਅੰਦਰ ਆਉਣਗੇ ਮੈਂ ਉਹ ਨਹੀਂ ਛੱਡਣੇ। ਅਤੇ ਇਸ ਗੱਲ ਦਾ ਭਾਈ ਦਲੀਪ ਸਿੰਘ ਨੂੰ ਪਤਾ ਲੱਗ ਜਾਂਦਾ, ਅਤੇ ਉਹ ਉਸ ਦੇ ਰਸਤੇ ਵਿੱਚ, ਗੁਰਦੁਆਰਾ ਸਾਹਿਬ ਦੇ ਰਸਤੇ ਵਿੱਚ ਉਹਨਾਂ ਦੇ ਦੋਸਤ ਉੱਤਮ ਸਿੰਘ ਦਾ ਇੱਕ ਕਾਰਖਾਨਾ ਹੈ, ਉੱਥੇ ਬਹਿ ਜਾਂਦੇ ਆ। ਸਾਰੀ ਰਾਤ ਦੇ ਨੀਂਦਰੇ ਹੁੰਦੇ ਆ, ਜੱਥਿਆਂ ਨੂੰ ਰੋਕਦੇ ਹੁੰਦੇ ਆ। ਉੱਥੇ ਬੈਠਿਆਂ ਨੂੰ ਉਹਨਾਂ ਨੂੰ ਪਤਾ ਲੱਗਦਾ ਕਿ ਭਾਈ ਲਛਮਣ ਸਿੰਘ ਦਾ ਜੱਥਾ ਤਾਂ ਹੋਰ ਪਾਸਿਓਂ, ਦੂਜੇ ਪਾਸਿਓਂ ਦੀ ਆ ਗਿਆ ਅੰਦਰ, ਅਤੇ ਉਹਨਾਂ 'ਤੇ ਗੋਲਾਬਾਰੀ ਹੋਣ ਲੱਗ ਗਈ ਅਤੇ ਵੱਡੀ ਪੱਧਰ 'ਤੇ ਉਹਨਾਂ ਦਾ ਕਤਲਾਮ ਸ਼ੁਰੂ ਹੋ ਗਿਆ। ਅਤੇ ਉਹ ਜਾਂਦੇ ਆ ਕਿ ਮੈਂ ਮਹੰਤ ਨੂੰ ਸਮਝਾਵਾਂਗਾ, ਰੋਕਾਂਗਾ, ਪਰ ਮਹੰਤ ਦੇ ਬੰਦੇ ਪਹਿਲਾਂ ਇੰਨੇ ਸ਼ਰਾਬੀ ਅਤੇ ਇੰਨੇ ਉਹਨਾਂ ਦੇ ਸਿਰ ਖੂਨ ਸਵਾਰ ਹੁੰਦਾ ਕਿ ਉਹਨਾਂ ਦੇ ਪਹਿਲਾਂ ਡਾਂਗਾ ਸੋਟਿਆਂ ਨਾਲ, ਛਵੀਆਂ ਨਾਲ ਉਹਨਾਂ ਨੂੰ ਜ਼ਖਮੀ ਕਰਦੇ, ਫਿਰ ਗੋਲੀਆਂ ਮਾਰਦੇ ਆ, ਅਤੇ ਚੱਕ ਕੇ
ਉਹਨਾਂ ਨੂੰ ਅਜੇ ਜਿੰਦਾ ਹੀ ਹੁੰਦੇ ਆ ਕਿ ਉਹਨਾਂ ਨੂੰ ਉਸ ਆਵੀ 'ਚ ਸੁੱਟ ਦਿੰਦੇ ਆ, ਘੁਮਾਰਾਂ ਦੀ ਆਵੀ 'ਚ ਸੁੱਟ ਦਿੰਦੇ ਆ। ਅਤੇ ਆਪਣੀ ਜੇਬ 'ਚੋਂ 2000 ਜਿਹੜਾ ਲੈ ਕੇ ਜਾ ਰਹੇ ਸੀ ਅੰਮ੍ਰਿਤਸਰ ਤੋਂ ਖੜੀਆਂ ਖਰੀਦਣ ਨਾਲ, ਉਹਦੇ ਵਿੱਚੋਂ 1900 ਰੁਪਈਆ ਉਹਨਾਂ ਦੀ ਅਜੇ ਜੇਬ 'ਚ ਹੁੰਦਾ, ਅਤੇ 100 ਰੁਪਈਆ ਉਹਨਾਂ ਨੇ ਚੂੜਕਾਣਾ ਮੰਡੀ 'ਚ ਇਹਨੂੰ ਤੁੜਵਾਉਣ ਲਈ ਦਿੱਤਾ ਸੀ, ਪਰ ਕਾਹਲੀ 'ਚ ਜਾਣਾ ਪੈ ਗਿਆ ਅਤੇ 1900 ਰੁਪਈਆ ਉਹ ਆਪਣੀ ਜੇਬ 'ਚੋਂ ਕੱਢ ਕੇ ਸੁੱਟ ਦਿੰਦੇ ਆ। ਕਹਿੰਦੇ ਇਹਨੂੰ ਤਾਂ ਰੱਖ ਲਓ, ਇਹਨੂੰ ਤਾਂ ਨਾ ਸੜੇ, ਇਹਨੂੰ ਤਾਂ ਵਰਤ ਲਿਓ ਤੁਸੀਂ। ਮਤਲਬ ਇਸ ਤਰ੍ਹਾਂ ਦੀ ਉਹ ਸ਼ਖਸੀਅਤ ਹੈ, ਇਸ ਤਰ੍ਹਾਂ ਦੇ ਉਹ ਬੰਦੇ ਆ। ਹੁਣ ਸਾਡੀ ਸਮੱਸਿਆ ਇਹ ਆ, ਮੈਂ 3 ਮਿੰਟ ਲਊਂਗਾ ਜੀ। ਮੈਂ ਸੋਚਦਾ ਵੀ 2 ਬਦਲਾਅ ਦੀਆਂ, ਜਿੱਦਾਂ ਕੱਲ੍ਹ ਇਲੈਕਸ਼ਨ ਦੇ ਹਵਾਲੇ ਨਾਲ ਬਦਲਾਅ ਦੀ ਗੱਲ ਕੀਤੀ, ਬਦਲਾਅ ਦੇ ਨਾ ਦੋ ਧਾਰਾਵਾਂ ਚੱਲਦੀਆਂ ਦੁਨੀਆ ਦੇ ਵਿੱਚ। ਇੱਕ ਧਾਰਾ ਹੈਗੀ ਨਿਰੇ ਅਧਿਆਤਮਵਾਦੀਆਂ ਦੀ, ਉਹ ਕਹਿੰਦੇ ਆਪਣੇ ਆਪ ਨੂੰ ਬਦਲੋ, ਆਪਣੇ ਮਨ ਨੂੰ ਠੀਕ ਕਰੋ, ਆਪਣੇ ਅੰਦਰਲੀਆਂ ਬੁਰਾਈਆਂ ਨੂੰ ਠੀਕ ਕਰੋ। ਉਹ ਬਾਹਰ ਪੰਗਾ ਨਹੀਂ ਲੈਂਦੇ ਹੁੰਦੇ, ਉਹ ਨਹੀਂ ਦੇਖਦੇ ਸਰਕਾਰਾਂ ਕੀ ਕਰਦੀਆਂ, ਸੁਸਾਇਟੀ ਕੀ ਕਰਦੀ, ਉਹ ਕਹਿੰਦੇ ਆਪਣੇ ਆਪ ਨੂੰ ਦੇਖੋ। ਉਹਦੇ ਵਿੱਚ ਤੁਸੀਂ ਆਚਾਰੀਆ ਰਜਨੀਸ਼ ਦਾ ਨਾਮ ਲੈ ਸਕਦੇ ਹੋ, ਔਰ ਸ਼੍ਰੀ ਦਾ ਨਾਮ ਲੈ ਸਕਦੇ ਹੋ, ਰਾਧਾ ਸਵਾਮੀਆਂ ਦਾ ਨਾਮ ਲੈ ਸਕਦੇ ਹੋ, ਨਿਰੰਕਾਰੀਆਂ ਦਾ ਨਾਮ ਲੈ ਸਕਦੇ ਹੋ, ਅਤੇ ਇੱਕ ਬ੍ਰਹਮ ਕੁਮਾਰੀਆਂ ਨੂੰ ਉਹਨਾਂ 'ਚ ਗਿਣ ਸਕਦੇ ਹੋ। ਹਾਂਜੀ, ਅਤੇ ਮੈਨੂੰ ਉਹਨਾਂ ਨਾਲ ਕੋਈ ਵਿਰੋਧ ਨਹੀਂ, ਕੋਈ ਇਤਰਾਜ਼ ਨਹੀਂ, ਠੀਕ ਕਹਿੰਦੇ ਨੇ, ਉਹ ਕਰਨਾ ਚਾਹੀਦਾ। ਦੂਜੇ ਪਾਸੇ ਸਾਡਾ ਲੈਫਟ ਹੈਗਾ ਆ, ਕਮਿਊਨਿਸਟ ਵਿਚਾਰਧਾਰਾ ਵਾਲੇ, ਉਹ ਕਹਿੰਦੇ ਸਾਡਾ ਅੰਦਰ ਤਾਂ ਠੀਕ ਹੈ, ਤੁਸੀਂ ਬਾਹਰ ਦੂਜਿਆਂ ਨਾਲ ਲੜੋ, ਸਿਸਟਮ ਨੂੰ ਠੀਕ ਕਰੋ, ਬਾਹਰ ਸੰਘਰਸ਼ ਕਰੋ। ਅਤੇ ਗੁਰਮਤਿ ਦੀ ਵਿਲੱਖਣਤਾ ਇਹ ਹੈ ਕਿ ਦੋਨੋਂ ਚੀਜ਼ਾਂ ਨੂੰ ਨਾ ਜੋੜਦੀ ਹੈ, ਕਿ ਸ਼ਖਸੀ ਤੌਰ 'ਤੇ ਤੁਸੀਂ ਆਪਣੇ ਅੰਦਰ ਲੜਨਾ, ਅਤੇ ਜਮਾਤੀ ਤੌਰ 'ਤੇ ਤੁਸੀਂ ਬਾਹਰਲੀਆਂ ਚੀਜ਼ਾਂ ਨੂੰ ਠੀਕ ਕਰਨਾ। ਇਸ ਕਰਕੇ ਅਤੇ ਇਹਦੇ ਚੰਗੇ ਨਤੀਜੇ ਨਿਕਲੇ। ਪਹਿਲੇ ਸਿੱਖ ਇਹਨਾਂ ਦੋਨਾਂ ਨੂੰ ਜੋੜ ਕੇ ਚੱਲਦੇ ਸੀ। ਸਾਡੀ ਸਮੱਸਿਆ ਇਹ ਆ ਕਿ ਅਸੀਂ ਕਹਿੰਦੇ ਅਸੀਂ ਦੂਜਾ ਤਰੀਕਾ ਫੜਿਆ, ਕਿ ਜਾਂ ਤਾਂ ਅਸੀਂ ਨਿਰੇ ਅਧਿਆਤਮਵਾਦੀਆਂ ਤੇ ਅਸੀਂ ਬਾਹਰ ਨਾਲ ਕੋਈ ਸਰੋਕਾਰ ਨਹੀਂ ਰੱਖਦੇ, ਜਾਂ ਜੇ ਬਾਹਰ ਨਾਲ ਸਰੋਕਾਰ ਰੱਖਦੇ ਤਾਂ ਆਪਣੇ ਆਪ ਨੂੰ ਠੀਕ ਕੀਤੇ ਬਿਨਾਂ ਹੀ ਰੱਖਦੇ ਹਾਂ। ਅਤੇ ਮੈਨੂੰ ਲੱਗਦਾ ਕਿ ਆਪਣੇ ਆਪ ਨੂੰ ਠੀਕ ਕਰ ਰਹੇ ਬਿਨਾਂ ਜਿਹੜੀ ਵੀ ਤੁਸੀਂ ਲੜਾਈ ਲੜੋਗੇ, ਉਹਨਾਂ ਤੋਂ ਠੀਕ ਘੱਟ ਕਰੋਗੇ, ਨੁਕਸਾਨ ਬੜਾ ਕਰੋਗੇ, ਅਤੇ ਬਾਹਰੀ ਤੌਰ 'ਤੇ ਤੁਸੀਂ ਜਿੱਤ ਕੇ ਵੀ ਹਾਰ ਜਾਓਗੇ ਤੁਸੀਂ ਜੇ ਆਪਣੇ ਆਪ ਨੂੰ ਠੀਕ ਨਹੀਂ ਕੀਤਾ। ਅਤੇ ਸਾਡੀਆਂ ਕੋਸ਼ਿਸ਼ਾਂ, ਸਾਡੀਆਂ ਲੜਾਈਆਂ ਇਸ ਕਰਕੇ ਕਾਮਯਾਬ ਨਹੀਂ ਹੋ ਰਹੀਆਂ। ਇਹਨਾਂ ਦੀ ਜੀਵਨ ਦੀਆਂ ਘਟਨਾਵਾਂ ਇੰਨੀਆਂ ਸੁਣਾਉਣ ਦਾ ਮੇਰਾ ਮਨੋਰਥ ਇਹ ਸੀ ਕਿ ਜਿਉਂ ਮੈਂ ਇਹਨਾਂ ਨੂੰ ਪੜ੍ਹਦਾ ਗਿਆ ਅਤੇ ਮੈਂ ਸੋਚਦਾ ਸੀ ਕਿ ਇੰਨਾ ਕੁਛ ਕਰਨ ਵਾਲਾ ਬੰਦਾ ਕਿੰਨੀ ਕੁ ਉਮਰ ਦਾ ਹੋਊਗਾ। ਅਤੇ ਮੈਨੂੰ ਲੱਗਦਾ ਸੀ, ਮੈਂ ਕਈਆਂ ਨੂੰ ਪੁੱਛਿਆ ਵੀ ਇਹ ਸਾਰੀਆਂ ਗੱਲਾਂ ਸੁਣਾ ਕੇ, ਕਿ ਬੰਦਾ ਜਦੋਂ ਸ਼ਹੀਦ ਹੋਇਆ 1921 ਵਿੱਚ, ਅਤੇ ਇਹਦੀ ਉਮਰ ਕਿੰਨੀ ਕੁ ਹੋਊਗੀ, ਵੀ ਆਹ ਉਹਦਾ ਜੀਵਨ ਹੈ। ਅਤੇ ਉਹ ਸਾਰੇ ਦੱਸਦੇ ਵੀ 60, 65, 70 ਨਹੀਂ। ਮੈਂ ਕਿਹਾ ਨਹੀਂ, ਉਹ ਨੌਜਵਾਨ ਸੀ। ਅਤੇ ਕਹਿੰਦੇ ਫਿਰ 45, 50 ਸਾਲ ਦਾ ਹੋਊਗਾ। ਤੁਸੀਂ ਹੁਣ ਹੈਰਾਨ ਹੋਵੋ, ਉਦੋਂ ਉਹਨਾਂ ਦੀ ਉਮਰ 29 ਸਾਲ ਸੀ, ਸਿਰਫ 29 ਸਾਲ। ਅਤੇ ਹੁਣ ਆਪਾਂ ਆਪਣੇ ਲੇਖੇ ਪੱਤੇ ਚੈੱਕ ਕਰ ਲਈਏ ਕਿ ਆਪਾਂ ਕਿੰਨੀਆਂ ਉਮਰਾਂ ਕਰ ਲਈਆਂ ਅਤੇ ਆਪਾਂ ਕੀ ਕੁਛ ਖੱਟਿਆ ਪਾਇਆ, ਕੀ ਕੀਤਾ। ਇਹ ਸੀ ਉਹਨਾਂ ਦੀ ਅਸਰਦਾਰੀ। ਮੈਂ ਤੁਹਾਨੂੰ ਇਸੇ ਗੱਲ 'ਤੇ ਲਿਆਉਣਾ ਸੀ, ਇੱਥੇ ਲਿਆ ਕੇ ਹੀ ਛੱਡ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।